वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦਾ ਅਖੀਰਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 326। ਅਦਾਲਤ ਦਾ ਫੈਸਲਾ ਅਤੇ ਸ਼ੇਰਾਂ ਦੀ ਗਰਜ। 4 ਮਹੀਨਿਆਂ ਦੀ ਕਾਨੂੰਨੀ ਕਵਾਇਦ ਤੋਂ ਬਾਅਦ 13 ਸਤੰਬਰ ਨੂੰ ਮੁਕੱਦਮੇ ਦਾ ਫੈਸਲਾ ਸੁਣਾਇਆ ਗਿਆ। ਬਾਬਾ ਸੋਹਣ ਸਿੰਘ ਭਕਨਾ ਨੇ ਉਸ ਦਿਨ ਦਾ ਦ੍ਰਿਸ਼ ਇਸ ਤਰ੍ਹਾਂ ਬਿਆਨ ਕੀਤਾ ਹੈ। 13 ਸਤੰਬਰ 1915 ਸਾਡੇ ਫੈਸਲੇ ਦਾ ਅਖੀਰੀ ਦਿਨ ਸੀ। ਉਸ ਦਿਨ ਬਹੁਤ ਸਾਰੀ ਪੁਲਿਸ ਤਲਵਾਰਾਂ ਬੰਨੀ ਜੇਲ੍ਹਾਂ ਵਿੱਚ ਆ ਵੜੀ। ਸਾਨੂੰ ਇਹ ਵੀ ਪਤਾ ਲੱਗਾ ਕਿ ਜੇਲ੍ਹ ਤੋਂ ਬਾਹਰ ਸੜਕ ਦੇ ਦੋਹੇ ਪਾਸੀਂ ਦੂਰ ਤੱਕ ਪੁਲਿਸ ਦਾ ਕਰੜਾ ਪਹਿਰਾ ਲਾਇਆ ਗਿਆ ਸੀ। ਪੁਲਿਸ ਤੋਂ ਬਿਨਾਂ ਜੇਲ੍ਹ ਦੁਆਲੇ ਮਦਰਾਸੀਆਂ ਦੀ ਇੱਕ ਪਲਟਣ ਮੁਕੱਦਮਾ ਸ਼ੁਰੂ ਹੋਣ ਵਾਲੇ ਦਿਨ ਤੋਂ ਹੀ ਛਾਉਣੀ ਪਾਈ ਬੈਠੀ ਸੀ। ਇਸ ਪੁਲਿਸ ਤੇ ਫੌਜ ਤੋਂ ਬਗੈਰ ਵੀ ਪੰਜਾਬ ਭਰ ਦੀਆਂ ਸਾਰੀਆਂ ਜੇਲ੍ਹਾਂ ਤੋਂ ਜੇਲ੍ਹ ਪੁਲਿਸ ਸੱਦੀ ਗਈ ਸੀ ਤਾਂ ਜੋ ਫਾਂਸੀ ਕੋਠੀਆਂ ਉੱਤੇ ਪਹਿਰੇ ਦਾ ਪੱਕਾ ਪ੍ਰਬੰਧ ਹੋ ਸਕੇ। ਅਸੀਂ ਸਾਰਿਆਂ ਨੂੰ ਕੋਠੜੀਆਂ ਦੇ ਅੰਦਰ ਹੀ ਹੱਥਕੜੀਆਂ ਜੜੀਆਂ ਗਈਆਂ ਅਤੇ ਬਾਹਰ ਲਿਆ ਕੇ ਹਥਿਆਰਬੰਦ ਪੁਲਿਸ ਦੇ ਪਹਿਰੇ ਹੇਠ ਅਦਾਲਤ ਲਾਗੇ ਇੱਕ ਮੈਦਾਨ ਵਿੱਚ ਸਭ ਨੂੰ ਇਕੱਠਾ ਕੀਤਾ ਗਿਆ। ਇਹ ਸਾਡਾ ਆਪਸ ਦਾ ਆਖਰੀ ਮਿਲਾਪ ਸੀ। ਆਖਰੀ ਦਰਸ਼ਨ ਸਮਝ ਕੇ ਅਸੀਂ ਇੱਕ ਦੂਜੇ ਨੂੰ ਗਲ ਲੱਗ ਕੇ ਮਿਲੇ ਅਤੇ ਇੱਕ ਦੂਜੇ ਕੋਲੋਂ ਵਿਦਾ ਮੰਗੀ। ਸਾਰੇ ਦੇਸ਼ ਭਗਤ ਪ੍ਰੇਮ ਪੂਰਤ ਨੈਣਾਂ ਨਾਲ ਇੱਕ ਦੂਜੇ ਵੱਲ ਤੱਕ ਰਹੇ ਸਨ। ਸਾਰਿਆਂ ਦੇ ਚਿਹਰੇ ਤੋਂ ਸ਼ਾਂਤੀ ਅਤੇ ਪਿਆਰ ਚੌਂ-ਚੌਂ ਪੈਂਦਾ ਸੀ। ਇਸੇ ਦੇਸ਼ ਪ੍ਰੇਮ ਦੀ ਲਹਿਰ ਵਿੱਚ ਕਈ ਦੇਸ਼ ਭਗਤਾਂ ਨੇ ਕੌਮੀ ਗੀਤ ਗਾਉਣੇ ਛੋਹ ਦਿੱਤੇ ਜੋ ਪੁਲਿਸ ਨੂੰ ਬਹੁਤ ਚੁਭੇ। ਇਸ ਪਰ ਸਾਨੂੰ ਸਾਰਿਆਂ ਨੂੰ ਫੇਰ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ। ਮੁੜ 3-3 ਆਦਮੀ ਕੱਢ ਕੇ ਅਦਾਲਤ ਵਿੱਚ ਲੈ ਜਾਣ ਲੱਗੇ। 5 ਆਦਮੀਆਂ ਨੂੰ ਬਰੀ ਕਰਕੇ ਬਾਕੀਆਂ ਨੂੰ ਫਾਂਸੀ ਅਤੇ ਕਾਲੇ ਪਾਣੀ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ। ਨਾਲ ਹੀ ਜਾਇਦਾਦ ਜ਼ਬਤ। ਕੁਝ ਆਦਮੀਆਂ ਨੂੰ 10, 7, 3 ਅਤੇ 2 ਸਾਲਾਂ ਦੀਆਂ ਸਜ਼ਾਵਾਂ ਵੀ ਸੁਣਾਈਆਂ ਗਈਆਂ। ਸਾਡੇ ਵਿੱਚੋਂ ਕਈਆਂ ਨੇ ਫੈਸਲੇ ਦਾ ਹੁਕਮ ਸੁਣ ਕੇ ਕਈ ਤਰ੍ਹਾਂ ਦੇ ਰਿਮਾਰਕ ਵੀ ਕੀਤੇ ਜਿਨ੍ਹਾਂ ਤੋਂ ਉਹਨਾਂ ਦੀ ਮੌਤ ਤੋਂ ਨਿਰਭੈਤਾ ਅਤੇ ਲਾਪਰਵਾਹੀ ਪ੍ਰਗਟ ਹੁੰਦੀ ਸੀ। ਭਾਈ ਜਵਾਲਾ ਸਿੰਘ ਠੱਠੀਆਂ ਨੂੰ ਜਦੋਂ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਤਾਂ ਆਪ ਨੇ ਅਦਾਲਤ ਨੂੰ ਆਖਿਆ, ਮੈਂ ਕੈਦ ਨਹੀਂ ਫਾਂਸੀ ਮੰਗਦਾ ਹਾਂ। ਉੱਤਰ ਮਿਲਿਆ, ਇਸ ਦੇ ਵਾਸਤੇ ਅਪੀਲ ਕਰੋ। ਕਰਤਾਰ ਸਿੰਘ ਨੂੰ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਸਨੇ ਹੱਸ ਕੇ ਆਖਿਆ, ਥੈਂਕ ਯੂ। ਇਸੇ ਤਰ੍ਹਾਂ ਜਦੋਂ ਭਾਈ ਨਿਹਾਲ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਆਪ ਨੇ ਕਿਹਾ, ਬਸ ਇੰਨਾ ਹੀ ਜ਼ੋਰ ਸੀ। ਭਾਈ ਰਣਧੀਰ ਸਿੰਘ ਜੀ ਦੇ ਸਾਥੀ ਗਿਆਨੀ ਨਾਹਰ ਸਿੰਘ ਨੇ ਵੀ ਲਿਖਿਆ ਹੈ ਕਿ ਫਾਂਸੀ ਦਾ ਹੁਕਮ ਸੁਣ ਕੇ ਭਾਈ ਕਰਤਾਰ ਸਿੰਘ ਸਰਾਭਾ ਨੇ ਜੱਜਾਂ ਦਾ ਧੰਨਵਾਦ ਕੀਤਾ ਅਤੇ ਜਾਇਦਾਦ ਜ਼ਬਤ ਕਰਨ ਦਾ ਹੁਕਮ ਸੁਣ ਕੇ ਕਿਹਾ ਕਿ ਜੇ ਸਾਡੇ ਕੱਪੜੇ ਵੀ ਨਿਲਾਮ ਕੀਤੇ ਜਾਣ ਤਦ ਵੀ ਅੰਗਰੇਜ਼ਾਂ ਦਾ ਘਾਟਾ ਪੂਰਾ ਨਹੀਂ ਹੋਵੇਗਾ। ਮੈਂ ਮੁੜ ਪੈਦਾ ਹੋ ਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਕੰਮ ਕਰਾਂਗਾ। ਬਾਬਾ ਸੋਹਣ ਸਿੰਘ ਭਕਨਾ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ। ਬਾਬਾ ਜੀ ਲਿਖਦੇ ਹਨ, ਮੈਂ ਚੁੱਪਚਾਪ ਮੌਤ ਦਾ ਫਤਵਾ ਸੁਣਿਆ ਅਤੇ ਪੁਲਿਸ ਦੇ ਪਹਿਰੇ ਅੰਦਰ ਅਦਾਲਤ ਤੋਂ ਬਾਹਰ ਚਲਾ ਆਇਆ। ਉੱਥੇ ਮੈਨੂੰ ਜੇਲ੍ਹ ਪੁਲਿਸ ਦੇ ਹਵਾਲੇ ਕੀਤਾ ਗਿਆ ਜਿਸ ਨੇ ਇੱਕ ਨਿੱਕੇ ਜਿਹੇ ਬੂਹੇ ਥਾਣੀ ਲੰਘਾ ਕੇ ਮੈਨੂੰ 14 ਨੰਬਰ ਦੀਆਂ ਫਾਂਸੀ ਕੋਠੜੀਆਂ ਵਿੱਚ ਜਾ ਬੰਦ ਕੀਤਾ। ਜਿਨ੍ਹਾਂ ਦੇਸ਼ ਭਗਤਾਂ ਨੂੰ ਕੈਦ ਦੀ ਸਜ਼ਾ ਹੋਈ ਸੀ ਉਹਨਾਂ ਨੂੰ ਸਾਥੋਂ ਵੱਖਰੇ ਹੋਰਸ ਥਾਂ ਲਿਜਾਇਆ ਗਿਆ। ਇਸ ਤਰ੍ਹਾਂ 26 ਆਦਮੀ ਮੌਤ ਦੀ ਸਜ਼ਾ ਵਾਲੇ ਕੋਠੜੀਆਂ ਵਿੱਚ ਬੰਦ ਕੀਤੇ ਗਏ ਅਤੇ 26 ਨੂੰ ਉਮਰ ਕੈਦ ਕਾਲੇ ਪਾਣੀ ਔਰ ਜਾਇਦਾਦ ਜ਼ਬਤ ਦੀ ਸਜ਼ਾ ਹੋਈ। ਇਹਨਾਂ ਸਜ਼ਾਵਾਂ ਨੂੰ ਦੇਸ਼ ਭਗਤਾਂ ਨੇ ਐਨ ਸ਼ਾਂਤੀ ਨਾਲ ਅਤੇ ਖਿੜੇ ਮੱਥੇ ਸੁਣਿਆ। ਹਾਂ, ਜੇ ਕੋਈ ਦੁੱਖ ਹੋਇਆ ਤਾਂ ਉਹਨਾਂ ਦੇਸ਼ ਭਗਤਾਂ ਨੂੰ ਜੋ ਮੌਤ ਦੀ ਸਜ਼ਾ ਤੋਂ ਵਿਰਵੇ ਰਹਿ ਗਏ ਸਨ ਅਤੇ ਆਪਣੇ ਸਾਥੀਆਂ ਨਾਲ ਫਾਂਸੀ ਉੱਤੇ ਲਟਕਣਾ ਚਾਹੁੰਦੇ ਸਨ। ਨਹੀਂ ਤਾਂ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ ਉਹ ਇੰਨੇ ਖੁਸ਼ ਅਤੇ ਪ੍ਰਫੁੱਲਿਤ ਸਨ ਕਿ ਮੈਂ ਬਿਆਨ ਨਹੀਂ ਕਰ ਸਕਦਾ। ਜਦੋਂ ਕੋਠੜੀਆਂ ਵਿੱਚ ਬੰਦ ਹੋ ਜਾਣ ਪਰ ਅਸੀਂ ਇੱਕ ਦੂਜੇ ਨੂੰ ਵਾਜਾਂ ਮਾਰ-ਮਾਰ ਪੁੱਛਦੇ ਸਾਂ ਕਿ ਫਲਾਣਾ ਆਇਆ ਕਿ ਨਹੀਂ ਅਤੇ ਮੌਤ ਨੂੰ ਟਿੱਚਰਾਂ ਕਰਦੇ ਸਾਂ ਤਾਂ ਸਾਡੇ ਰਾਖੇ ਸਿਪਾਹੀ ਅਚੰਭਤ ਹੋ ਰਹੇ ਸਨ ਅਤੇ ਹੈਰਾਨੀ ਨਾਲ ਸਾਡੇ ਮੂੰਹਾਂ ਵੱਲ ਦੇਖ ਰਹੇ ਸਨ।
ਸਾਡੇ ਵਿੱਚੋਂ ਜਿਨ੍ਹਾਂ ਨੂੰ ਕੈਦ ਦੀ ਸਜ਼ਾ ਹੋਈ ਸੀ ਉਹਨਾਂ ਸਾਰਿਆਂ ਨੂੰ ਉਸੇ ਦਿਨ ਪੰਜਾਬ ਦੀਆਂ ਵੱਖੋ ਵੱਖ ਜੇਲ੍ਹਾਂ ਨੂੰ ਤੋਰ ਦਿੱਤਾ ਗਿਆ ਸੀ। ਚੋਰ ਦਰਵਾਜ਼ਾ। ਉੱਪਰਲੀ ਟੁੱਕ ਵਿੱਚ ਬਾਬਾ ਭਕਨਾ ਜੀ ਨੇ ਜਿਸ ਨਿੱਕੇ ਜਿਹੇ ਬੂਹੇ ਦਾ ਜ਼ਿਕਰ ਕੀਤਾ ਹੈ ਉਹ ਫਾਂਸੀ ਵਾਲੇ ਕੈਦੀਆਂ ਨੂੰ ਕੋਠੜੀਆਂ ਵਿੱਚੋਂ ਕੱਢ ਕੇ ਫਾਂਸੀ ਘਰ ਲਿਜਾਣ ਲਈ ਵਿਸ਼ੇਸ਼ ਤੌਰ 'ਤੇ ਕੰਧ ਪਾੜ ਕੇ ਬਣਾਇਆ ਗਿਆ ਸੀ। ਕੈਦੀਆਂ ਨੇ ਇਸ ਦਾ ਨਾਂ ਚੋਰ ਦਰਵਾਜ਼ਾ ਰੱਖ ਦਿੱਤਾ ਸੀ। ਇਸ ਚੋਰ ਦਰਵਾਜ਼ੇ ਦਾ ਇਤਿਹਾਸ ਬਹੁਤ ਭਾਵਪੂਰਤ ਹੈ। ਬਾਬਾ ਸੋਹਣ ਸਿੰਘ ਭਕਨਾ ਨੇ ਇਹ ਇਤਿਹਾਸ ਇੰਝ ਬਿਆਨ ਕੀਤਾ ਹੈ। ਜਿਸ ਛੋਟੇ ਬੂਹੇ ਥਾਣੀ ਸਾਨੂੰ 14 ਨੰਬਰ ਦੀਆਂ ਫਾਂਸੀ ਕੋਠੜੀਆਂ ਵਿੱਚ ਪਹੁੰਚਾਇਆ ਗਿਆ, ਇਹ ਬੂਹਾ ਸਾਡੇ ਮੁਕੱਦਮੇ ਤੋਂ ਪਹਿਲਾਂ ਇੱਥੇ ਨਹੀਂ ਸੀ। ਪਹਿਲਾਂ ਫਾਂਸੀ ਪਰ ਲੈ ਜਾਣ ਸਮੇਂ ਕੈਦੀ ਨੂੰ ਇਹਾਤੇ ਵਿੱਚ ਦੂੰ ਲੰਘਾ ਕੇ ਜਾਣਾ ਪੈਂਦਾ ਸੀ। ਜਦੋਂ ਭਾਈ ਬਲਵੰਤ ਸਿੰਘ ਸੰਘਵਾਲ, ਪੰਡਿਤ ਕਾਸ਼ੀ ਰਾਮ ਅਤੇ ਭਾਈ ਅਰਜਨ ਸਿੰਘ ਹੋਰੀ ਫਾਂਸੀ ਲੱਗੇ ਤਾਂ ਇਹ ਦੇਸ਼ ਭਗਤ ਫਾਂਸੀ ਨੂੰ ਜਾਂਦੇ ਹੋਏ ਕੌਮੀ ਗੀਤ ਗਾਉਂਦੇ ਅਤੇ ਖੂਬ ਮੇਲਾ ਜੋਲਾ ਕਰਦੇ ਗਏ। ਭਾਈ ਅਰਜਨ ਸਿੰਘ ਨੇ ਤਾਂ ਐਸਾ ਦਰਦ ਭਰਿਆ ਕੌਮੀ ਗੀਤ ਗਾਇਆ ਜਿਸ ਨੂੰ ਸੁਣ ਕੇ ਕੈਦੀ ਤੱਕ ਕੀ ਸਿਪਾਹੀ ਵੀ ਆਪਣੇ ਹੰਝੂ ਨਾ ਠੱਲ ਸਕੇ। ਇਹ ਹਾਲਾਤ ਦੇਖ ਕੇ ਜੇਲ੍ਹ ਕਰਮਚਾਰੀ ਨੂੰ ਫਿਕਰ ਹੋਇਆ ਕਿ ਕਿਤੇ ਜੇਲ੍ਹ ਹੀ ਨਾ ਵਿਗੜ ਬੈਠੇ। ਇਸ ਦਾ ਸਿੱਟਾ ਇਹ ਹੋਇਆ ਕਿ 14 ਨੰਬਰ ਵਿੱਚ ਇਹ ਚੋਰ ਮੋਰੀ ਬਣਾਈ ਗਈ। ਇੱਥੋਂ ਫਾਂਸੀ ਬਹੁਤ ਨੇੜੇ ਸੀ। ਇਸ ਤਰ੍ਹਾਂ ਇਹਾਤੇ ਵਿੱਚ ਦੂੰ ਲੰਘ ਕੇ ਨਹੀਂ ਜਾਣਾ ਪੈਂਦਾ। ਨਾ ਹੀ ਫਾਂਸੀ ਵਾਲਿਆਂ ਦੀ ਆਵਾਜ਼ ਹੀ ਹੋਰਨਾਂ ਕੈਦੀਆਂ ਨੂੰ ਸੁਣ ਸਕਦੀ ਸੀ ਅਤੇ ਨਾ ਹੀ ਕੈਦੀ ਉਸ ਨੂੰ ਦੇਖ ਸਕਦੇ ਸਨ। 20 ਫਰਵਰੀ 1915 ਦੇ ਦਿਨ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ 2 ਪੁਲਿਸ ਅਫਸਰਾਂ ਨੂੰ ਆਪਣੀਆਂ ਗੋਲੀਆਂ ਨਾਲ ਫੁੰਡ ਦੇਣ ਵਾਲੇ ਗਦਰੀ ਸੂਰਮੇ ਭਾਈ ਅਰਜਨ ਸਿੰਘ ਖਰਾਣਾ ਨੇ ਫਾਂਸੀ ਘਰ ਨੂੰ ਜਾਣ ਸਮੇਂ ਜਿਹੜਾ ਦਰਦ ਭਰਾ ਕੌਮੀ ਗੀਤ ਗਾਇਆ ਸੀ, ਉਸ ਦੀ ਕਰੁਣਾਮਈ ਵਿਥਿਆ ਭਾਈ ਬਤਨ ਸਿੰਘ ਕਾਰੀ ਵਾਲਿਆਂ, ਜਿਹੜੇ ਤੀਜੇ ਮੁਕੱਦਮੇ ਵਿੱਚ ਉਮਰ ਕੈਦ ਭੋਗ ਰਹੇ ਸਨ, ਨੇ ਮਿੰਟ ਗੁਮਰੀ ਜੇਲ੍ਹ ਅੰਦਰ ਗਿਆਨੀ ਹਰਭਜਨ ਸਿੰਘ ਚਮਿੰਡਾ ਨੂੰ ਸੁਣਾਈ ਸੀ। ਇਸ ਘਟਨਾ ਦਾ ਪੂਰਾ ਵੇਰਵਾ ਮਾਲਵਾ ਸਿੱਖ ਇਤਿਹਾਸ ਵਿੱਚ ਇੰਝ ਦਿੱਤਾ ਗਿਆ ਹੈ। ਦੋਵਾਂ ਥਾਵਾਂ 'ਤੇ ਦਰਜ ਵੇਰਵੇ ਦਾ ਜੁੜਵਾਂ ਵਿਸਥਾਰ ਇਸ ਪ੍ਰਕਾਰ ਹੈ। 20 ਅਪ੍ਰੈਲ 1915 ਨੂੰ ਭਾਈ ਅਰਜਨ ਸਿੰਘ ਨੂੰ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਕੇ ਕਾਲ ਕੋਠੜੀਆਂ ਵਿੱਚੋਂ ਕੱਢ ਕੇ ਫਾਂਸੀ ਦੇ ਤਖ਼ਤੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਜੇਲ੍ਹ ਦੇ ਇਹਾਤੇ ਵਿੱਚ ਲੰਘਣ ਵੇਲੇ ਜੇਲ੍ਹ ਵਿੱਚ ਪਿੱਛੇ ਰਹੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਕੇ ਪ੍ਰੇਮਮਈ ਲੋਰ ਵਿੱਚ ਗਾਉਣ ਲੱਗੇ। ਸੁਣਨਾ ਖਾਲਸਾ ਜੀ ਸਾਡੇ ਕੂਚ ਡੇਰੇ, ਅਸੀਂ ਆਖਰੀ ਫਤਿਹ ਬੁਲਾ ਚੱਲੇ। ਕੰਮ ਅਸਾਂ ਦੇ ਅੱਜ ਤੋਂ ਖਤਮ ਹੋ ਗਏ, ਕੰਮ ਤੁਸਾਂ ਦੇ ਸ਼ੁਰੂ ਕਰਵਾ ਚੱਲੇ। ਕੋਠੜੀਆਂ ਵਿੱਚ ਜੰਜੀਰਾਂ ਨਾਲ ਜਕੜੇ ਬੰਦ ਪਏ ਸੂਰਮਿਆਂ ਨੇ ਆਪਣੇ ਸ਼ਹੀਦ ਹੋਣ ਜਾ ਰਹੇ ਸਾਥੀ ਨੂੰ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਵਿਦਾ ਕਰਦਿਆਂ ਹੋਇਆਂ ਬੜੇ ਕਰੁਣਾ ਰਸ ਵਿੱਚ ਇਹ ਸ਼ਬਦ ਪੜ੍ਹਿਆ। ਸੱਚਖੰਡ ਜਾਣ ਵਾਲਿਆ, ਕਲਗੀ ਵਾਲੇ ਨੂੰ ਸੁਨੇਹੜਾ ਸਾਡਾ ਦੇਣਾ। ਅੱਗੋਂ ਜੋਸ਼ ਨਾਲ ਭਰੀ ਆਵਾਜ਼ ਆਈ, ਸਤਿਗੁਰ ਸੁੱਤਿਆਂ ਨੂੰ ਬਾਹੋਂ ਫੜ ਕੇ ਜਗਾ ਲਓ ਮੇਰੇ ਵੀਰ ਨੂੰ। ਪਾਠਕ ਇਸ ਤੋਂ ਆਪ ਅੰਦਾਜ਼ਾ ਲਾ ਸਕਦੇ ਹਨ ਕਿ ਇਹ ਸਮਾਂ ਕਿਤਨਾ ਦਿਲ ਟੁੰਬਵਾਂ ਅਤੇ ਵਿਰਾਗਮਈ ਹੋਵੇਗਾ। ਭਾਈ ਊਧਮ ਸਿੰਘ ਕਸੇਲ ਨੇ ਵੀ ਇਸ ਚੋਰ ਦਰਵਾਜ਼ੇ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਭਾਈ ਅਰਜਨ ਸਿੰਘ ਦੀ ਸ਼ਹਾਦਤ ਤੋਂ ਬਾਅਦ ਜੇਲ੍ਹ ਦੇ ਅਫਸਰਾਂ ਨੇ ਕੰਧ ਪਾੜ ਕੇ ਇੱਕ ਚੋਰ ਦਰਵਾਜ਼ਾ ਕੱਢਿਆ, ਜਿਸ ਤੋਂ ਫਾਂਸੀ ਘਰ ਬਹੁਤ ਨੇੜੇ ਸੀ, ਤਾਂ ਜੋ ਜਾਮੇ ਸ਼ਹਾਦਤ ਪੀਣ ਜਾ ਰਹੇ ਸੂਰਬੀਰਾਂ ਦੇ ਵਿਰਾਗ ਅਤੇ ਜੋਸ਼ ਭਰੇ ਗੀਤ ਸੁਣ ਕੇ ਦੂਸਰੇ ਕੈਦੀ ਭੜਕ ਨਾ ਉੱਠਣ। ਪੁਰਾਤਨ ਸਿੱਖਾਂ ਵਾਲੀ ਸਪਿਰਿਟ। ਅਦਾਲਤ ਵੱਲੋਂ ਫੈਸਲਾ ਸੁਣਾਉਣ ਉਪਰੰਤ ਜਿਹੜੇ 24 ਬੰਦਿਆਂ ਨੂੰ ਫਾਂਸੀ ਦਾ ਹੁਕਮ ਹੋਇਆ ਸੀ, ਉਹਨਾਂ ਨੂੰ ਫਾਂਸੀ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ। ਕੁਝ ਕੁ ਘੰਟਿਆਂ ਪਿੱਛੋਂ ਜੇਲ੍ਹ ਦੇ ਸੁਪਰੀਡੈਂਟ ਮਿਸਟਰ ਵਾਰਡ ਨੇ ਇਕੱਲੇ ਕੈਦੀ ਦੀ ਕੋਠੜੀ ਅੱਗੇ ਜਾ ਕੇ ਹਰ ਇੱਕ ਨੂੰ ਫੈਸਲੇ ਦੇ ਖਿਲਾਫ ਅਪੀਲ ਕਰਨ ਲਈ ਪੁੱਛਿਆ, ਪਰ ਭਾਈ ਪਰਮਾਨੰਦ ਅਤੇ ਗਿੱਲਵਾਲੀ ਵਾਲੇ ਸੁਰੈਣ ਸਿੰਘ ਵੱਡਾ ਅਤੇ 1-2 ਹੋਰ ਨੂੰ ਛੱਡ ਕੇ ਕਿਸੇ ਨੇ ਵੀ ਅਪੀਲ ਕਰਨ ਦੀ ਹਾਮੀ ਨਾ ਭਰੀ। ਸਾਰਿਆਂ ਨੇ ਇਹੀ ਕਿਹਾ ਕਿ ਇਸ ਗੁਲਾਮੀ ਦੇ ਘਿਰਨਾ ਭਰੇ ਜੀਵਨ ਨਾਲੋਂ ਸ਼ਹੀਦਾਂ ਵਾਲੀ ਮੌਤ 100 ਦਰਜੇ ਚੰਗੀ ਹੈ। ਕਈ ਦੇਸ਼ ਭਗਤਾਂ ਨੇ ਠੱਠੇ ਨਾਲ ਕਿਹਾ, ਹਾਂ ਅਸੀਂ ਅਪੀਲ ਕਰਦੇ ਹਾਂ ਕਿ ਸਾਨੂੰ ਛੇਤੀ ਫਾਂਸੀ ਚਾੜ੍ਹ ਦਿੱਤਾ ਜਾਵੇ।
इस पर सिख अखबारां ने गदरी सूरमिਆਂ ਦੀ ਸ਼ਲਾਘਾ ਕਰਦੇ ਹੋਏ लिखिया है कि उन्हां ने पुरातन सिखां वाली गल कीती है। बाबा सोहन सिंह भकना ने लिखिया है कि जदों सारिਆਂ ਨੂੰ कैदियां वाले कपड़े पहना के फांसी दीआं कोठड़ियां विच बंद कर दिता गया तां जेल नियमां अनुसार सिर ते पहनण लई टोपियां मुहैया कीतियां गईयां। उन्हीं दिनी सिर ते पाउण वाली भूसे दी टोपी हुंदी सी। साडे मुकदमे दे सारे सिख कैदियां ने टोपियां पाउण तों इनकार कर दिता। सिख रहत नियमां अनुसार सिख लई टोपी पहनणी वर्जित है। इस करके सिख कैदियां ने सिੱਖੀ ਅਸੂਲਾਂ ਦੀ ਪਾਲਣਾ ਕਰਦੇ ਹੋਏ ਟੋਪੀਆਂ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਬਦਲੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਬੇੜੀਆਂ ਅਤੇ ਬੈਂਤਾਂ ਦੀਆਂ ਸਜ਼ਾਵਾਂ ਵੀ ਝੱਲਣੀਆਂ ਪਈਆਂ। ਸਾਡੇ ਤੋਂ ਪਹਿਲਾਂ ਮਾਸਟਰ ਚਤਰ ਸਿੰਘ ਨੂੰ ਜੋ ਟੋਪੀ ਪਾਉਣ ਤੋਂ ਇਨਕਾਰ ਕਰਨ ਵਾਲੇ ਪਹਿਲੇ ਕੈਦੀ ਸਨ, ਸਜ਼ਾ ਲੱਗ ਚੁੱਕੀ ਸੀ। ਅਸੀਂ ਸਾਰਿਆਂ ਨੇ ਵੀ ਟੋਪੀ ਪਾਉਣ ਤੋਂ ਇਨਕਾਰ ਕਰ ਦਿੱਤਾ। ਐਜੀਟੇਸ਼ਨ ਵੱਧਦੀ ਦੇਖ ਕੇ ਪੰਜਾਬ ਸਰਕਾਰ ਨੇ ਬਗੈਰ ਉਮਰ ਦੇ ਲਿਹਾਜ਼ ਅਤੇ ਡਾਕਟਰੀ ਮੁਆਇਨੇ ਦੇ ਇੱਕ ਸ਼ਾਮ ਨੂੰ ਸਾਨੂੰ ਪੂਰੇ ਕੱਪੜੇ ਵਗੈਰਾ ਦੇ ਕੇ ਅੰਡੇਮਾਨ ਭੇਜ ਦਿੱਤਾ। ਇਸ ਦੀ ਪੁਸ਼ਟੀ ਸਰਦਾਰ ਜਗਜੀਤ ਸਿੰਘ ਨੇ ਵੀ ਕੀਤੀ ਹੈ। ਸਰਾਭੇ ਦੀ ਜਿੰਦਾਦਿਲੀ। ਜੇਲ੍ਹ ਅੰਦਰ ਭਾਈ ਕਰਤਾਰ ਸਿੰਘ ਸਰਾਭਾ ਲਗਾਤਾਰ ਚੜ੍ਹਦੀ ਕਲਾ ਦੇ ਰੌਹ ਵਿੱਚ ਰਿਹਾ। ਉਸਨੂੰ ਮੌਤ ਦੀ ਸਜ਼ਾ ਦਾ ਮਾਸਾ ਜਿੰਨਾ ਵੀ ਅਫਸੋਸ ਨਾ ਹੋਇਆ। ਮੌਤ ਤੋਂ ਡਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੋਇਆ। ਉਹ ਪੂਰੇ ਚਾਅ ਉਮਾਹ ਨਾਲ ਮੌਤ ਦੀ ਉਡੀਕ ਕਰਦਾ ਰਿਹਾ। ਉਸ ਦੇ ਜੇਲ੍ਹ ਅੰਦਰਲੇ ਸਾਥੀਆਂ ਨੇ ਉਸ ਦੀ ਚੜ੍ਹਦੀ ਕਲਾ ਦੇ ਬਹੁਤ ਸਾਰੇ ਪ੍ਰਮਾਣ ਦਿੱਤੇ ਹਨ। ਭਾਈ ਪਰਮਾਨੰਦ ਨੇ ਲਿਖਿਆ ਹੈ ਕਿ ਮੁਕੱਦਮੇ ਦੀ ਸਾਰੀ ਕਾਰਵਾਈ ਦੌਰਾਨ ਉਹ ਬੜੇ ਹੀ ਹਾਸੇ ਵਾਲੇ ਅਤੇ ਖੁਸ਼ੀ ਦੇ ਰੌਹ ਵਿੱਚ ਰਿਹਾ। ਉਸ ਦੇ ਇਸ ਰੌਹ ਦਾ ਦੂਜਿਆਂ ਉੱਤੇ ਵੀ ਅਸਰ ਪੈਂਦਾ। ਬਾਬਾ ਸੋਹਣ ਸਿੰਘ ਭਕਨਾ ਨੇ ਉਸ ਦੀ ਸ਼ਹਾਦਤ ਤੋਂ ਬਾਅਦ ਉਸ ਦੇ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਇਸ ਤਰ੍ਹਾਂ ਬਿਆਨ ਕੀਤੀਆਂ ਹਨ। ਕਰਤਾਰ ਸਿੰਘ ਗੱਲਬਾਤ ਕਰਕੇ ਹਰੇਕ ਵਿਅਕਤੀ ਨੂੰ ਖੁਸ਼ ਰੱਖਣ ਦਾ ਯਤਨ ਕਰਦਾ ਸੀ। ਜਦੋਂ ਲਾਹੌਰ ਸੈਂਟਰਲ ਜੇਲ੍ਹ ਵਿੱਚ ਉਸ ਉੱਤੇ ਮੁਕੱਦਮਾ ਚੱਲ ਰਿਹਾ ਸੀ ਤਾਂ ਉਸ ਨੇ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਭੇਦ ਖੁੱਲ੍ਹ ਗਿਆ। ਉਸ ਕੋਲੋਂ ਸੀਖਾਂ ਕੱਟਣ ਵਾਲੇ ਸੰਦ ਅਤੇ ਬੰਬ ਬਣਾਉਣ ਦਾ ਮਸਾਲਾ ਫੜਿਆ ਗਿਆ, ਪਰ ਉਸਨੂੰ ਕੋਈ ਪਰਵਾਹ ਨਹੀਂ ਸੀ। ਉਹ ਪਹਿਲਾਂ ਦੀ ਤਰ੍ਹਾਂ ਹੀ ਹੱਸਦਾ ਰਿਹਾ ਅਤੇ ਹੋਰਨਾਂ ਨੂੰ ਹਸਾਉਂਦਾ ਰਿਹਾ। ਉਹ ਬੇੜੀਆਂ ਨੂੰ ਸਾਜ਼ਾਂ ਵਾਂਗ ਵਜਾਉਂਦਾ ਰਿਹਾ ਅਤੇ ਕੌਮੀ ਗੀਤ ਗਾਉਂਦਾ ਰਿਹਾ। ਜਦ ਕੇਸ ਚੱਲਿਆ ਤਾਂ ਇੱਕ ਪਾਸੇ ਜੱਜਾਂ ਦੀ ਕਚਹਿਰੀ ਹੁੰਦੀ ਅਤੇ ਦੂਜੇ ਪਾਸੇ ਖੜ੍ਹਾ ਕਰਤਾਰ ਸਿੰਘ ਆਪਣੇ ਸਾਥੀਆਂ ਨਾਲ ਰਲ ਕੇ ਕਚਹਿਰੀ ਲਾ ਲੈਂਦਾ ਅਤੇ ਮੁਖਬਰਾਂ ਦਾ ਮਖੌਲ ਉਡਾਉਂਦਾ। ਜੱਜ ਮੁੜ ਮੁੜ ਘੰਟੀ ਵਜਾਉਂਦੇ, ਪਰ ਉਹਨਾਂ ਦੀ ਸੁਣਦਾ ਹੀ ਕੋਈ ਨਾ। ਗਿਆਨੀ ਨਾਹਰ ਸਿੰਘ ਨੇ ਵੀ ਲਿਖਿਆ ਹੈ, ਲਾਹੌਰ ਸੈਂਟਰਲ ਜੇਲ੍ਹ ਵਿੱਚ 2 ਸਰਕਲ ਸਨ। ਸਰਦਾਰ ਕਰਤਾਰ ਸਿੰਘ ਹੋਰ ਮੁਕੱਦਮੇ ਵਾਲੇ ਸਾਥੀਆਂ ਸਮੇਤ ਸਰਕਲ ਨੰਬਰ 1 ਦੇ 14 ਨੰਬਰ ਅਹਾਤੇ ਦੀਆਂ ਕੋਠੜੀਆਂ ਵਿੱਚ ਬੰਦ ਰਹੇ ਸਨ। ਇਸ ਨੰਬਰ ਵਿੱਚ ਅਕਸਰ ਸਖਤ ਮੁਕੱਦਮੇ ਦੇ ਹਵਾਲਾਤੀ ਤੇ ਫਾਂਸੀ ਵਾਲੇ ਹੀ ਰੱਖੇ ਜਾਂਦੇ ਸਨ। ਆਪ ਨੇ ਫਾਂਸੀ ਲੱਗਣ ਦੇ ਪਿੱਛੋਂ ਮੈਂ ਵੀ ਉਹਨਾਂ ਕੋਠੜੀਆਂ ਵਿੱਚ ਹੀ ਬੰਦ ਰਿਹਾ ਸੀ, ਕਿਉਂਕਿ ਕਰਤਾਰ ਸਿੰਘ ਹੋਰਾਂ ਦਾ ਮੁਕੱਦਮਾ 26 ਅਪ੍ਰੈਲ 1915 ਨੂੰ ਸ਼ੁਰੂ ਹੋ ਕੇ 13 ਸਤੰਬਰ 1915 ਨੂੰ ਹੁਕਮ ਸੁਣਾਇਆ ਗਿਆ ਅਤੇ ਸਾਡਾ ਦੂਜਾ ਮੁਕੱਦਮਾ 29 ਅਕਤੂਬਰ 1915 ਨੂੰ ਸ਼ੁਰੂ ਹੋਇਆ ਅਤੇ 30 ਮਾਰਚ 1916 ਨੂੰ ਹੁਕਮ ਸੁਣਾਇਆ ਗਿਆ। ਇਹਨਾਂ ਕੋਠੜੀਆਂ ਵਿੱਚ ਜਿਨ੍ਹਾਂ ਵਿੱਚ ਕਰਤਾਰ ਸਿੰਘ ਹੋਰੀ ਬੰਦ ਰਹੇ, ਉਹਨਾਂ ਦੀਆਂ ਕੰਧਾਂ ਉੱਪਰ ਉਹਨਾਂ ਦੇ ਆਪਣੇ ਹੱਥਾਂ ਦੀ ਲਿਖੀ ਹੋਈ ਸੁੰਦਰ ਲਿਖਤ ਆਪ ਦੀ ਯਾਦ ਤਾਜ਼ਾ ਕਰਾਉਂਦੀ ਸੀ। ਆਪ ਦੀ ਉਰਦੂ ਦੀ ਲਿਖਤ ਬਹੁਤ ਸੁੰਦਰ ਸੀ। ਇੱਕ ਜਗ੍ਹਾ ਕੰਧ ਉੱਤੇ ਲਿਖਿਆ ਹੋਇਆ ਸੀ, ਸ਼ੇਰ ਸਿੰਘ ਬੇਗੁਨਾਹ ਪਕੜਾ ਗਿਆ ਹੋਗਾ। ਇਹ ਆਪ ਨੇ ਸ਼ੇਰ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਲਿਖਿਆ। ਇਹ ਸ਼ੇਰ ਸਿੰਘ ਵੇਈ ਪੁਈ ਜ਼ਿਲ੍ਹਾ ਅੰਮ੍ਰਿਤਸਰ ਦੇ ਸਨ। ਜਦੋਂ ਦੇਸ਼ ਆ ਕੇ ਗਦਰ ਕਰਨ ਦਾ ਸਵਾਲ ਉੱਠਿਆ ਸੀ ਤਾਂ ਸ਼ੇਰ ਸਿੰਘ ਨੇ ਪਾਰਟੀ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟਾਈ ਸੀ, ਪਰ ਫਿਰ ਵੀ ਉਹ ਵੈਨਕੂਵਰ ਤੋਂ ਚੱਲਣ ਵਾਲੇ ਪਹਿਲੇ ਜਹਾਜ਼ ਵਿੱਚ ਚੜ੍ਹ ਕੇ ਦੇਸ਼ ਪਹੁੰਚਿਆ ਸੀ। ਦੇਸ਼ ਵਿੱਚ ਆ ਕੇ ਉਸਨੇ ਗਦਰੀ ਸੰਗਰਾਮੀਆਂ ਦਾ ਪੂਰਾ ਸਾਥ ਦਿੱਤਾ ਸੀ। ਸਰਾਭੇ ਨੂੰ ਭਾਈ ਸ਼ੇਰ ਸਿੰਘ ਦੇ ਵਿਚਾਰਾਂ ਦਾ ਪਤਾ ਹੋਣ ਕਰਕੇ ਉਸਨੇ ਉਪਰੋਕਤ ਸ਼ਬਦ ਲਿਖੇ ਸਨ। ਜਦ ਕਦੇ ਆਪ ਨੂੰ ਕੋਈ ਖਿਆਲ ਆਉਂਦਾ ਤਾਂ ਆਪ ਕੰਧ ਉੱਤੇ ਲਿਖ ਦਿੰਦੇ। ਇੱਕ ਕੋਠੜੀ ਵਿੱਚ ਲਿਖਿਆ ਹੋਇਆ ਸੀ, ਗਲੇ ਮੇਰੇ ਤੌਕ ਹਾਥ ਮੇਂ ਹਥਕੜੀ, ਹਾਥ ਕੋ ਲੱਗੇਗੀ ਗਲੇ ਕੋ ਫਾਂਸੀ। ਦਾਦਾ ਜੀ ਨਾਲ ਮੁਲਾਕਾਤ।
ਫਾਂਸੀ ਦਾ ਹੁਕਮ ਹੋਣ ਤੋਂ ਬਾਅਦ ਸਰਾਭੇ ਦੇ ਦਾਦਾ ਜੀ ਆਪਣੇ ਪੋਤੇ ਨਾਲ ਮੁਲਾਕਾਤ ਕਰਨ ਗਏ ਸਨ। ਕਹਿੰਦੇ ਹਨ ਕਿ ਮੁਲਾਕਾਤ ਕਰਨ ਵੇਲੇ ਵੈਰਾਗ ਵਿੱਚ ਦਾਦੇ ਦਾ ਮਨ ਭਰ ਆਇਆ ਸੀ, ਪਰ ਭਾਈ ਕਰਤਾਰ ਸਿੰਘ ਸਰਾਭਾ ਨੂੰ ਤਾਂ ਮਰਨ ਦਾ ਚਾਅ ਚੜ੍ਹਿਆ ਹੋਇਆ ਸੀ। ਉਸਨੇ ਦਾਦਾ ਜੀ ਦੇ ਦਿਲ ਨੂੰ ਧਰਵਾਸ ਦੇਣ ਲਈ ਜੋ ਵਚਨ ਬੋਲੇ, ਉਹਨਾਂ ਦੀ ਹੂ-ਬ-ਹੂ ਨਕਲ ਕਿਤੋਂ ਨਹੀਂ ਮਿਲ ਸਕਦੀ, ਕਿਉਂਕਿ ਦੋਵਾਂ ਵਿਚਕਾਰ ਵਾਰਤਾਲਾਪ ਇਕਾਂਤ ਵਿੱਚ ਹੋਇਆ ਸੀ। ਉਸ ਵੇਲੇ ਉੱਥੇ ਕੋਈ ਦੂਸਰਾ ਗਦਰੀ ਸੰਗਰਾਮੀ ਹਾਜ਼ਰ ਨਹੀਂ ਸੀ, ਇਸ ਕਰਕੇ ਦਾਦੇ ਅਤੇ ਪੋਤੇ ਵਿਚਕਾਰ ਹੋਏ ਵਾਰਤਾਲਾਪ ਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ। ਜ਼ਿਆਦਾਤਰ ਲੇਖਕਾਂ ਨੇ ਇਵੇਂ ਵੀ ਕੀਤਾ ਹੈ, ਜਾਂ ਇਸ ਬਾਰੇ ਪ੍ਰਚਲਿਤ ਗੱਲਾਂ ਦੇ ਆਧਾਰ 'ਤੇ ਅੱਡ-ਅੱਡ ਕਹਾਣੀਆਂ ਲਿਖੀਆਂ ਹਨ। ਮੌਤ ਦੇ ਐਨ ਕਰੀਬ ਜਾ ਚੁੱਕੇ ਸੂਰਮੇ ਦੀ ਮਨੋ-ਅਵਸਥਾ ਦਾ ਸਹੀ ਅਨੁਮਾਨ ਲਾ ਸਕਣਾ ਉੱਕਾ ਹੀ ਸੰਭਵ ਨਹੀਂ ਹੁੰਦਾ, ਕਿਉਂਕਿ ਇਹ ਅਨੁਮਾਨ ਉਹੀ ਲਾ ਸਕਦਾ ਹੈ ਜਿਸਨੇ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਸੂਰਤ ਵਿੱਚ ਆਪਣਾ ਅਜਿਹਾ ਅਨੁਭਵ ਹੰਢਾਇਆ ਹੁੰਦਾ ਹੈ। ਮਹਿਜ ਸ਼ਬਦ ਘੜਨ ਦੀ ਕਲਾ ਨਾਲ ਇਹ ਅਨੁਮਾਨ ਲਾਉਣਾ ਸੰਭਵ ਨਹੀਂ ਹੈ। ਇੱਕ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਮੌਤ ਦੇ ਰੂਬਰੂ ਖੜ੍ਹੇ ਸੂਰਮੇ ਦੀ ਸੁਰਤ ਸੰਪੂਰਨ ਰੂਪ ਵਿੱਚ ਇਕਾਗਰ ਹੋ ਚੁੱਕੀ ਹੁੰਦੀ ਹੈ। ਉਦੋਂ ਉਹ ਜੋ ਵੀ ਸੋਚਦਾ ਜਾਂ ਬੋਲਦਾ ਹੈ, ਉਹ ਆਮ ਮਨੁੱਖ ਦੇ ਪੱਧਰ ਦਾ ਨਹੀਂ ਹੁੰਦਾ। ਉਦੋਂ ਉਹ ਦੂਸਰਿਆਂ ਵਰਗਾ ਆਮ ਆਦਮੀ ਨਹੀਂ ਰਹਿ ਜਾਂਦਾ। ਉਦੋਂ ਉਸ ਦੀ ਸੁਰਤ ਉੱਚੇ ਮੰਡਲਾਂ ਵਿੱਚ ਪਹੁੰਚ ਚੁੱਕੀ ਹੁੰਦੀ ਹੈ। ਭਾਈ ਕਰਤਾਰ ਸਿੰਘ ਸਰਾਭਾ ਦੀ ਆਪਣੇ ਦਾਦਾ ਜੀ ਨਾਲ ਹੋਈ ਮੁਲਾਕਾਤ ਬਾਰੇ ਪ੍ਰਚਲਿਤ ਜ਼ਿਆਦਾਤਰ ਕਹਾਣੀਆਂ ਆਮ ਵਿਅਕਤੀ ਦੇ ਮਾਨਸਿਕ ਪੱਧਰ 'ਤੇ ਖੜ੍ਹ ਕੇ ਸੋਚੀਆਂ ਅਤੇ ਘੜੀਆਂ ਗਈਆਂ ਹਨ। ਇਸ ਰੌਸ਼ਨੀ ਵਿੱਚ ਸ਼ਹੀਦ ਭਗਤ ਸਿੰਘ ਵੱਲੋਂ ਚਾਂਦ ਫਾਂਸੀ ਅੰਕ ਵਿੱਚ ਇਸ ਵਾਰਤਾਲਾਪ ਦਾ ਬਿਨਾਂ ਕਿਸੇ ਸਰੋਤ ਦੇ ਜ਼ਿਕਰ ਕੀਤੇ ਜਿਹੜਾ ਨਮੂਨਾ ਦਿੱਤਾ ਗਿਆ ਹੈ, ਉਹ ਕਿਸੇ ਤਰ੍ਹਾਂ ਵੀ ਮੰਨਣਯੋਗ ਨਹੀਂ ਲੱਗਦਾ। ਇਸ ਕਹਾਣੀ ਮੁਤਾਬਕ ਸਰਾਭੇ ਨੇ ਉਦਾਸ ਹੋਏ ਦਾਦਾ ਜੀ ਨੂੰ ਪੁੱਛਿਆ ਕਿ ਫਲਾਣਾ ਰਿਸ਼ਤੇਦਾਰ ਕਿੱਥੇ ਹੈ। ਦਾਦੇ ਨੇ ਜਵਾਬ ਦਿੱਤਾ, ਉਹ ਪਲੇਗ ਨਾਲ ਮਰ ਗਿਆ ਹੈ। ਸਰਾਭੇ ਨੇ ਫਿਰ ਪੁੱਛਿਆ, ਫਲਾਣਾ ਰਿਸ਼ਤੇਦਾਰ ਕਿੱਥੇ ਹੈ। ਦਾਦਾ ਜੀ ਨੇ ਕਿਹਾ, ਉਹ ਹੈਜੇ ਨਾਲ ਮਰ ਗਿਆ ਹੈ। ਇਸ 'ਤੇ ਕਰਤਾਰ ਸਿੰਘ ਸਰਾਭਾ ਨੇ ਕਿਹਾ, ਤਾਂ ਕੀ ਤੁਸੀਂ ਚਾਹੁੰਦੇ ਹੋ ਕਿ ਕਰਤਾਰ ਸਿੰਘ ਬਿਸਤਰੇ 'ਤੇ ਮਹੀਨਿਆਂ ਬੱਧੀ ਪਿਆ ਰਹੇ ਅਤੇ ਦਰਦ ਨਾਲ ਦੁਖੀ ਹੋ ਕੇ ਕਿਸੇ ਰੋਗ ਨਾਲ ਮਰੇ। ਉਪਰੋਕਤ ਵਾਰਤਾਲਾਪ ਅੰਦਰ ਮੌਤ ਬਾਰੇ ਨਜ਼ਰੀਆ ਇੱਕ ਸਧਾਰਨ ਜਿਹੇ ਵਿਅਕਤੀ ਵਾਲਾ ਹੈ। ਕੀ ਸਵਾਲ ਸਿਰਫ ਇੰਨਾ ਹੀ ਹੈ ਕਿ ਦਰਦ ਨਾਲ ਦੁਖੀ ਹੋ ਕੇ ਕਿਸੇ ਰੋਗ ਨਾਲ ਮਰਨ ਨਾਲੋਂ ਦੇਸ਼ ਲਈ ਮਰਨਾ ਬਿਹਤਰ ਹੈ? ਕਰਤਾਰ ਸਿੰਘ ਸਰਾਭਾ ਵਰਗੇ ਊਰਜਾਸ਼ੀਲ ਇਨਕਲਾਬੀ ਦਾ ਮੌਤ ਬਾਰੇ ਇਸ ਕਿਸਮ ਦਾ ਲਾਭ-ਹਾਨੀ ਵਾਲਾ ਨਜ਼ਰੀਆ ਨਹੀਂ ਹੋ ਸਕਦਾ। ਸਿੱਖ ਪਰਿਵਾਰ ਵਿੱਚ ਜੰਮਿਆ ਪਲਿਆ, ਸਿੱਖੀ ਮਾਹੌਲ ਵਿੱਚ ਜਵਾਨ ਹੋਇਆ ਅਤੇ ਲਹਿਰ ਅੰਦਰ ਧਰਮੀ ਬੰਦਿਆਂ ਦੀ ਸੰਗਤ ਵਿੱਚ ਵਿਚਰਿਆ ਮੌਤ ਦੇ ਕਰੀਬ ਖੜ੍ਹਾ ਪੋਤਰਾ ਆਪਣੇ ਗੁਰਸਿੱਖ ਦਾਦੇ ਨੂੰ ਧਰਵਾਸ ਦੇਣ ਲਈ ਇੰਨੀਆਂ ਹਲਕੀਆਂ ਦਲੀਲਾਂ ਦਾ ਆਸਰਾ ਨਹੀਂ ਲੈ ਸਕਦਾ। ਇਸ ਲਿਹਾਜ਼ ਨਾਲ ਇਸ ਮੁਲਾਕਾਤ ਦਾ ਮਾਲਵਾ ਸਿੱਖ ਇਤਿਹਾਸ ਅੰਦਰ ਦਿੱਤਾ ਹੇਠਵਾਂ ਲਿਖਿਆ ਵੇਰਵਾ ਹਕੀਕਤ ਦੇ ਵੱਧ ਨੇੜੇ ਮਹਿਸੂਸ ਹੁੰਦਾ ਹੈ। ਦਾਦਾ ਸਰਦਾਰ ਬਦਨ ਸਿੰਘ ਨੂੰ ਪਤਾ ਲੱਗਿਆ ਕਿ ਕਰਤਾਰ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ। ਆਪ ਫਾਂਸੀ ਦੀ ਕੋਠੜੀ ਵਿੱਚ ਆਪਣੇ 19 ਸਾਲਾਂ ਦੇ ਨੌਜਵਾਨ ਪੋਤਰੇ ਨਾਲ ਅੰਤਿਮ ਮੁਲਾਕਾਤ ਕਰਨ ਗਏ। ਕਰਤਾਰ ਸਿੰਘ ਦੇ ਮੁਖੜੇ 'ਤੇ ਇੱਕ ਅਨੋਖਾ ਜਲਾਲ ਵੇਖ ਕੇ ਆਪ ਦਾ ਹਿਰਦਾ ਹੋਰ ਵੀ ਮੋਹਿਆ ਗਿਆ। ਇਹ ਸੋਹਣੀ ਸੂਰਤ ਫਾਂਸੀ ਪਰ ਲਟਕ ਕੇ ਅਲੋਪ ਹੋ ਜਾਵੇਗੀ, ਇਹ ਸੋਚ ਕੇ ਬਾਬਾ ਜੀ ਦਾ ਹਿਰਦਾ ਦਰਵ ਉੱਠਿਆ। ਉਹ ਬਹਿਬਲ ਹੋ ਗਏ। ਕਰਤਾਰ ਸਿੰਘ ਬਿਲਕੁਲ ਅਡੋਲ ਸੀ। ਉਸਨੇ ਬਾਬਾ ਜੀ ਨੂੰ ਧੀਰਜ ਦਿੱਤਾ ਅਤੇ ਕਿਹਾ, ਬਾਬਾ ਜੀ ਗੁਰਸਿੱਖ ਹੋ ਕੇ ਇਹੋ ਜਿਹੀਆਂ ਗੱਲਾਂ ਕਰਦੇ ਹੋ। ਕਿਤਨੀ ਉਲਟ ਖੇਡ ਵਾਪਰ ਰਹੀ ਸੀ। ਬਿਰਧ ਬਾਬੇ ਨੂੰ 19 ਸਾਲਾਂ ਦਾ ਨੌਜਵਾਨ ਧੀਰਜ ਦੇ ਰਿਹਾ ਸੀ। ਚਾਹੀਦਾ ਤਾਂ ਇਹ ਸੀ ਕਿ ਬਾਬਾ ਪੋਤਰੇ ਨੂੰ ਧੀਰਜ ਦਿੰਦਾ। ਭਾਈ ਕਰਤਾਰ ਸਿੰਘ ਸਰਾਭਾ ਦੇ ਜੇਲ੍ਹ ਸਾਥੀ ਗਿਆਨੀ ਨਾਹਰ ਸਿੰਘ ਨੇ ਹੇਠ ਦਿੱਤੇ ਕਥਨ ਤੋਂ ਉਪਰੋਕਤ ਵੇਰਵੇ ਦੇ ਹਕੀਕਤ ਦੇ ਨੇੜੇ ਹੋਣ ਦੀ ਪੁਸ਼ਟੀ ਹੁੰਦੀ ਹੈ। ਗਿਆਨੀ ਜੀ ਨੇ ਸਰਾਭੇ ਬਾਰੇ ਦੱਸਿਆ ਹੈ ਕਿ ਆਪ ਪਹਿਲਾਂ ਧਰਮ ਵੱਲੋਂ ਅਵੇਸਲੇ ਹੀ ਸਨ। ਜੇਲ੍ਹ ਜਾ ਕੇ ਸਿੱਖੀ ਦੇ ਪ੍ਰੇਮੀ ਹੋ ਕੇ ਗੁਰਬਾਣੀ ਦਾ ਪਾਠ ਕਰਨ ਲੱਗ ਪਏ ਸਨ। ਜੇਲੋਂ ਭੱਜਣ ਦੀ ਕੋਸ਼ਿਸ਼। ਭਾਈ ਕਰਤਾਰ ਸਿੰਘ ਸਰਾਭਾ ਨੂੰ ਖਤਰੇ ਸਹੇੜਨ ਵਿੱਚ ਬੜਾ ਸੁਆਦ ਆਉਂਦਾ ਸੀ। ਉਹ ਕੋਈ ਨਾ ਕੋਈ ਅਜਿਹਾ ਕਾਰਨਾਮਾ ਕਰੀ ਰੱਖਦਾ ਸੀ ਜਿਸ ਨਾਲ ਜੇਲ੍ਹ ਅੰਦਰ ਉਸ ਉੱਤੇ ਹੋਰ ਸਖਤਾਈ ਕਰ ਦਿੱਤੀ ਜਾਂਦੀ ਸੀ। ਬਾਬਾ ਸੋਹਣ ਸਿੰਘ ਭਕਨਾ ਨੇ ਉਸ ਦੀ ਇੱਕ ਅਜਿਹੀ ਮਾਰਕੇਬਾਜ਼ੀ ਦਾ ਜ਼ਿਕਰ ਕਰਦਿਆਂ ਲਿਖਿਆ ਹੈ, ਕਰਤਾਰ ਸਿੰਘ ਤੇ ਮੈਂ ਹਵਾਲਾਤ ਦੀਆਂ ਕੋਠੜੀਆਂ ਵਿੱਚ ਬੰਦ ਹੁੰਦੇ ਸਾਂ। ਇੱਕ ਦਿਨ ਕਰਤਾਰ ਸਿੰਘ ਨੇ ਮੈਨੂੰ ਲੋਹੇ ਦੀ ਇੱਕ ਤਾਰ ਅਤੇ ਪੀਠਾ ਹੋਇਆ ਕੱਚ ਦਿਖਾਇਆ ਅਤੇ ਕਿਹਾ, ਇਹ ਕੱਚ ਲੋਹੇ ਦੀ ਇਸ ਤਾਰ ਪਰ ਚੜ੍ਹਾਉਣ ਨਾਲ ਲੋਹੇ ਦੀਆਂ ਸੀਖਾਂ ਨੂੰ ਕੱਟ ਸਕਦਾ ਹੈ।
ਮੇਰੀ ਅਕਲ ਨੇ ਇਹ ਗੱਲ ਨਾ ਮੰਨੀ। ਮੈਂ ਆਖਿਆ, ਇਹ ਸਭ ਕੈਦੀਆਂ ਦੀਆਂ ਗੱਪਾਂ ਨੇ। ਤਾਰ ਉੱਤੇ ਕੱਚ ਦਾ ਚੜ੍ਹਨਾ ਮੁਸ਼ਕਿਲ ਹੈ। ਤੁਸੀਂ ਹਰ ਕਿਸੇ ਦੀ ਗੱਲ ਪਰ ਨਿਸ਼ਚਾ ਨਾ ਕਰ ਲਿਆ ਕਰੋ। ਨਾਲ ਇਹ ਵੀ ਖਿਆਲ ਰੱਖਿਆ ਕਰੋ ਕਿ ਇਹਨਾਂ ਵਿੱਚ ਬਹੁਤ ਸਾਰੇ ਜੇਲ੍ਹ ਕਰਮਚਾਰੀਆਂ ਦੇ ਮੁਖਬਰ ਹੁੰਦੇ ਨੇ। ਸੱਚਮੁੱਚ ਉਹ ਗੱਲ ਹੋਈ। ਅਗਲੇ ਹੀ ਦਿਨ ਕਿਸੇ ਨੇ ਮੁਖਬਰੀ ਕਰ ਦਿੱਤੀ ਅਤੇ ਤਲਾਸ਼ੀ ਹੋਣ ਪਰ ਕਰਤਾਰ ਸਿੰਘ ਪਾਸੋਂ ਲੋਹੇ ਦੀ ਤਾਰ ਅਤੇ ਪੀਠਾ ਹੋਇਆ ਕੱਚ ਫੜਿਆ ਗਿਆ। ਇਸ ਪਰ ਸੁਪਰੀਡੈਂਟ ਨੇ ਉਸ ਨੂੰ ਬੇੜੀ ਦੀ ਸਜ਼ਾ ਦੇ ਦਿੱਤੀ। ਬਸ ਫੇਰ ਕੀ ਸੀ, ਕਰਤਾਰ ਸਿੰਘ ਨੂੰ ਅਦਾਲਤ ਵਿੱਚ ਇੱਕ ਖੇਡ ਲੱਭ ਗਈ। ਉਹ ਅਦਾਲਤ ਵਿੱਚ ਇੱਧਰ ਉੱਧਰ ਘੁੰਮਦਾ ਅਤੇ ਬੇੜੀ ਛਣਕਾਉਂਦਾ ਰਹਿੰਦਾ ਸੀ। ਜਦੋਂ ਕੋਈ ਡਿਊਟੀ ਵਾਲਾ ਥਾਣੇਦਾਰ ਉਸ ਨੂੰ ਮਨ੍ਹਾ ਕਰਦਾ ਤਾਂ ਉਹ ਅੱਗੋਂ ਉੱਤਰ ਦਿੰਦਾ ਕਿ ਤੁਸੀਂ ਆਪਣਾ ਕੰਮ ਕਰੀ ਚੱਲੋ, ਮੈਂ ਆਪਣਾ ਕਰਦਾ ਹਾਂ। ਇਸ ਘਟਨਾ ਦੀ ਪੁਸ਼ਟੀ ਭਾਈ ਪਰਮਾਨੰਦ ਨੇ ਵੀ ਕੀਤੀ ਹੈ। ਇੱਕ ਸ਼ਾਮ ਨੂੰ ਜੇਲ੍ਹ ਵਿੱਚ ਸਾਨੂੰ ਆਪਣੇ ਕੰਬਲਾਂ, ਕੌਲਿਆਂ ਅਤੇ ਪਾਣੀ ਵਾਲੇ ਭਾਂਡਿਆਂ ਸਮੇਤ ਆਪਣੀਆਂ ਕੋਠੜੀਆਂ ਵਿੱਚੋਂ ਬਾਹਰ ਆਉਣ ਲਈ ਕਿਹਾ ਗਿਆ। ਉਸ ਦਿਨ ਸਾਰਿਆਂ ਨੂੰ ਕੋਠੜੀਆਂ ਨਵੇਂ ਸਿਰਿਓਂ ਅਲਾਟ ਕੀਤੀਆਂ ਜਾ ਰਹੀਆਂ ਸਨ। ਇਹ ਗੱਲ ਅਗਲੇ ਦਿਨ ਤੋਂ ਹਰ ਰੋਜ਼ ਲਗਾਤਾਰ ਹੋਣ ਲੱਗ ਪਈ। ਸਾਨੂੰ ਕੁਝ ਸਮਾਂ ਤਾਂ ਇਸ ਦਾ ਕਾਰਨ ਪਤਾ ਨਾ ਲੱਗਾ, ਪਰੰਤੂ ਮਗਰੋਂ ਪਤਾ ਲੱਗਾ ਕਿ ਕਰਤਾਰ ਸਿੰਘ ਨੇ ਕੁਝ ਲੰਬੜਦਾਰਾਂ ਦੀ ਸਹਾਇਤਾ ਨਾਲ ਖਿੜਕੀ ਦੀਆਂ ਸੀਖਾਂ ਕੱਟ ਕੇ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਲੰਬੜਦਾਰਾਂ ਵਿੱਚੋਂ ਹੀ ਇੱਕ ਨੇ ਸਾਰਾ ਭੇਦ ਖੋਲ੍ਹ ਦਿੱਤਾ ਸੀ, ਜਿਸ ਕਾਰਨ ਤਲਾਸ਼ੀ ਹੋਈ ਸੀ ਅਤੇ ਉਸ ਦੀ ਕੋਠੜੀ ਵਿੱਚੋਂ ਇੱਕ ਰੱਸੀ ਅਤੇ ਪੀਸਿਆ ਹੋਇਆ ਸ਼ੀਸ਼ਾ ਮਿਲਿਆ ਸੀ। ਕੈਦੀ ਲੋਹੇ ਦੀਆਂ ਸੀਖਾਂ ਨੂੰ ਕੱਟਣ ਲਈ ਇਹ ਤਰੀਕਾ ਵਰਤਦੇ ਸਨ। ਸ਼ੀਸ਼ੇ ਨੂੰ ਬਹੁਤ ਬਰੀਕ ਪੀਸ ਲਿਆ ਜਾਂਦਾ ਸੀ ਅਤੇ ਗਿੱਲਾ ਕਰਕੇ ਰੱਸੀ 'ਤੇ ਲਗਾ ਦਿੱਤਾ ਜਾਂਦਾ ਸੀ। ਜਦੋਂ ਉਹ ਸੁੱਕ ਜਾਂਦਾ ਸੀ ਤਾਂ ਰੱਸੀ ਸੀਖਾਂ ਨੂੰ ਕੱਟਣ ਲਈ ਰੇਤੀ ਦਾ ਕੰਮ ਕਰਦੀ ਸੀ। ਕਰਤਾਰ ਸਿੰਘ ਸਰਾਭਾ ਦੀ ਜਵਾਜੀ ਦੀਆਂ ਗੱਲਾਂ ਲਾਹੌਰ ਜੇਲ੍ਹ ਅੰਦਰ ਬਹੁਤ ਸਾਲਾਂ ਤੱਕ ਚੱਲਦੀਆਂ ਰਹੀਆਂ। 1923 ਵਿੱਚ ਜਦ ਗਿਆਨੀ ਗੁਰਮੁਖ ਸਿੰਘ ਮੁਸਾਫਰ ਲਾਹੌਰ ਸੈਂਟਰਲ ਜੇਲ੍ਹ ਵਿੱਚ ਬੰਦ ਕੀਤੇ ਗਏ ਸਨ ਤਾਂ ਪੁਰਾਣੇ ਕੈਦੀਆਂ ਨੇ ਉਸ ਨੂੰ ਸਰਾਭੇ ਦੀ ਜੇਲ੍ਹੋਂ ਭੱਜਣ ਦੇ ਜੋਖਮ ਭਰੇ ਅਸਫਲ ਯਤਨ ਦੀ ਪੂਰੀ ਗਾਥਾ ਸੁਣਾਈ ਸੀ। ਜੱਜਾਂ ਦੀਆਂ ਨਜ਼ਰਾਂ ਵਿੱਚ ਸਰਾਭਾ। ਜੱਜਾਂ ਨੇ ਆਪਣੇ ਫੈਸਲੇ ਵਿੱਚ ਭਾਈ ਕਰਤਾਰ ਸਿੰਘ ਸਰਾਭਾ ਬਾਰੇ ਹੇਠ ਦਿੱਤੇ ਵਿਚਾਰ ਪ੍ਰਗਟਾਏ। ਇਹ ਮੁਲਜ਼ਮ, ਜਿਸ ਨੇ ਉਸ ਉੱਤੇ ਲਾਏ ਗਏ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਨੇ ਆਪਣੀ ਉਮਰ 18.5 ਸਾਲ ਦੱਸੀ ਹੈ, ਪਰ ਉਹ ਪੱਕ ਨਾਲ ਇਸ ਨਾਲੋਂ ਵੱਡਾ ਹੈ ਅਤੇ ਉਮੀਦ ਹੈ ਕਿ ਇਹ 20 ਤੋਂ ਉੱਪਰ ਹੈ। ਆਪਣੀ ਉਮਰ ਦੇ ਬਾਵਜੂਦ ਉਹ ਦੋਸ਼ੀ ਠਹਿਰਾਏ ਗਏ ਇਹਨਾਂ 61 ਵਿਅਕਤੀਆਂ 'ਚੋਂ ਸਾਰਿਆਂ ਨਾਲੋਂ ਮਹੱਤਵਪੂਰਨਾਂ ਵਿੱਚੋਂ ਹੈ। ਅਮਰੀਕਾ ਵਿੱਚ ਰਸਤੇ ਵਿੱਚ ਆਉਂਦਿਆਂ ਅਤੇ ਭਾਰਤ ਦੇ ਅੰਦਰ ਰਚੀ ਗਈ ਉਸ ਦੀ ਸਾਜ਼ਿਸ਼ ਦਾ ਅਮਲੀ ਰੂਪ ਵਿੱਚ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿਸ ਵਿੱਚ ਇਸ ਮੁਲਜ਼ਮ ਨੇ ਹਿੱਸਾ ਨਾ ਲਿਆ ਹੋਵੇ। ਸਾਰੇ ਮੁਕੱਦਮੇ ਦੇ ਦੌਰਾਨ ਉਸ ਨੇ ਵਕੀਲਾਂ ਵੱਲੋਂ ਪੁੱਛੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਜਾਂ 1-2 ਸਵਾਲਾਂ ਨੂੰ ਛੱਡ ਕੇ ਉਸ ਨੇ ਸਵਾਲ ਜਵਾਬ ਕਰਨ ਤੋਂ ਇਨਕਾਰ ਕਰੀ ਰੱਖਿਆ, ਭਾਵੇਂ ਕਿ ਉਸ ਨੇ ਆਪ 2 ਲੰਮੇ ਬਿਆਨ ਦਿੱਤੇ। ਉਸ ਦੇ ਖਿਲਾਫ ਸਬੂਤ ਮਣਾ-ਮੂੰਹੀ ਹਨ। ਇਸ ਤੋਂ ਅੱਗੇ ਜੱਜਾਂ ਨੇ ਉਸ ਦੇ ਖਿਲਾਫ ਵਾਧਾ ਮੁਆਫ ਗਵਾਹਾਂ ਅਮਰ ਸਿੰਘ, ਮੂਲਾ ਸਿੰਘ, ਨਵਾਬ ਖਾਂ, ਸੁੱਚਾ ਸਿੰਘ, ਉਮਰਾਓ ਸਿੰਘ, ਸਰਕਾਰੀ ਧਿਰ ਦੇ ਹੋਰਨਾਂ ਗਵਾਹਾਂ ਅਤੇ ਪੁਲਿਸ ਦੇ ਮੁਲਾਜ਼ਮਾਂ ਦੀਆਂ ਗਵਾਹੀਆਂ ਦਾ ਭਰਵਾਂ ਵਿਸਥਾਰ ਦਿੱਤਾ ਹੈ। ਅਮਰੀਕਾ ਅੰਦਰ ਜੁਲਾਈ 1912 ਤੋਂ ਲੈ ਕੇ ਭਾਰਤ ਅੰਦਰ 19 ਫਰਵਰੀ 1915 ਤੱਕ ਕਰਤਾਰ ਸਿੰਘ ਸਰਾਭਾ ਦੀ ਹਰ ਸਰਗਰਮੀ ਦਾ ਭਰਵਾਂ ਬਿਊਰਾ ਦਿੱਤਾ ਗਿਆ। ਅਖੀਰ ਵਿੱਚ ਜਾ ਕੇ ਜੱਜਾਂ ਨੇ ਇਹ ਸਿੱਟਾ ਕੱਢਿਆ ਕਿ ਮੁਲਜ਼ਮ ਦੇ ਕੇਸ ਦਾ ਇਹ ਬਹੁਤ ਪੂਰਾ ਅਤੇ ਭਰਵਾਂ ਰਿਕਾਰਡ ਹੈ ਅਤੇ ਇਹ ਦੇਖਿਆ ਜਾ ਸਕਦਾ ਹੈ ਕਿ ਉਸ ਦਾ ਆਪਣਾ ਬਿਆਨ ਹੀ ਕਿਸ ਹੱਦ ਤੱਕ ਸਰਕਾਰੀ ਧਿਰ ਦੇ ਗਵਾਹਾਂ ਵੱਲੋਂ ਦਿੱਤੇ ਸਬੂਤਾਂ ਦੀ ਪੁਸ਼ਟੀ ਕਰਦਾ ਹੈ। ਸਾਰੇ ਮੁਕੱਦਮੇ ਦੇ ਦੌਰਾਨ ਬਚਾਓ ਪੱਖ ਦੇ ਗਵਾਹ ਨਹੀਂ ਭੁਗਤੇ। ਸਾਰੇ ਮੁਕੱਦਮੇ ਦੌਰਾਨ ਅਮਲੀ ਰੂਪ ਵਿੱਚ ਕੋਈ ਜਿਰ੍ਹਾ ਨਹੀਂ ਹੋਈ ਅਤੇ ਸਾਡੇ ਸਾਹਮਣੇ ਮੁਲਾਜ਼ਮ ਨੇ ਆਪਣੇ ਕੇਸ ਦੀ ਪੈਰਵਾਈ ਕਰਨ ਦੀ ਕੋਈ ਇੱਛਾ ਨਹੀਂ ਪ੍ਰਗਟਾਈ। ਇਸ ਤੋਂ ਇਹੀ ਕਿਹਾ ਜਾ ਸਕਦਾ ਹੈ ਕਿ ਇਸ ਮੁਲਜ਼ਮ ਦਾ ਦੋਸ਼ ਸਿਰੇ ਦੀ ਹੱਦ ਤੱਕ ਸਾਬਿਤ ਹੋ ਗਿਆ ਹੈ। ਇਹ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਨੌਜਵਾਨ ਹੈ, ਪਰ ਨਿਸ਼ਚਿਤ ਤੌਰ 'ਤੇ ਉਹ ਉਹਨਾਂ ਅਤਿ ਭੈੜੇ ਸਾਜ਼ਿਸ਼ੀਆਂ ਵਿੱਚੋਂ ਹੈ ਜਿਨ੍ਹਾਂ ਉੱਤੇ ਕੋਈ ਵੀ ਰਹਿਮ ਨਾ ਕੀਤਾ ਅਤੇ ਨਾ ਦਿਖਾਇਆ ਜਾਣਾ ਚਾਹੀਦਾ ਹੈ। ਜੱਜ ਜੁੰਡਲੀ ਭਾਈ ਕਰਤਾਰ ਸਿੰਘ ਸਰਾਭਾ ਵਿਰੁੱਧ
ਆਪਣੀ ਨਫ਼ਰਤ ਲੁਕੋ ਕੇ ਨਾ ਰੱਖ ਸਕੀ। ਉਸ ਵਿਰੁੱਧ ਆਪਣੇ ਦਿਲ ਦੀ ਭੜਾਸ ਕੱਢਦਿਆਂ ਉਹਨਾਂ ਨੇ ਉਸ ਸ਼ੇਰ ਦਿਲ ਸੂਰਮੇ ਨੂੰ ਮੁਕੰਮਲ ਰੂਪ ਵਿੱਚ ਨਿਰਦਈ ਬਦਮਾਸ਼ ਕਹਿਣ ਤੋਂ ਗੁਰੇਜ਼ ਨਾ ਕੀਤਾ। ਜੱਜਾਂ ਦੀਆਂ ਨਜ਼ਰਾਂ ਵਿੱਚ ਕਰਤਾਰ ਸਿੰਘ ਸਰਾਭਾ ਮਿਸਾਲੀ ਮੁਜਰਮ ਬਣ ਗਿਆ। ਦੂਸਰੇ ਲਾਹੌਰ ਸਾਜ਼ਿਸ਼ ਕੇਸ ਦਾ ਫੈਸਲਾ ਸੁਣਾਉਂਦਿਆਂ ਉਹਨਾਂ ਨੇ ਭਾਈ ਸੱਜਣ ਸਿੰਘ ਨਰੰਗਵਾਲ ਦੀ ਤੁਲਨਾ ਕਰਤਾਰ ਸਿੰਘ ਸਰਾਭੇ ਨਾਲ ਕਰਦਿਆਂ ਕਿਹਾ ਕਿ ਸਾਡੀ ਰਾਏ ਵਿੱਚ ਉਹ ਮੁਕੰਮਲ ਬਦਮਾਸ਼ ਹੈ ਜਿਸ ਨੂੰ ਆਪਣੀ ਕੀਤੀ ਉੱਤੇ ਪਛਤਾਵਾ ਨਹੀਂ। ਉਹ ਪੁੱਜ ਕੇ ਖਤਰਨਾਕ ਆਦਮੀ ਹੈ ਜੋ ਮੌਕਾ ਮਿਲਣ ਉੱਤੇ ਇੱਕ ਹੋਰ ਕਰਤਾਰ ਸਿੰਘ ਸਰਾਭਾ ਬਣ ਸਕਦਾ ਹੈ। ਅਦਾਲਤ ਵੱਲੋਂ ਸੁਣਾਏ ਫੈਸਲੇ ਉੱਤੇ ਦੇਸ਼ ਦੇ ਕੁਝ ਵੱਡੇ ਅਤੇ ਬਾਰਸੂਖ ਵਕੀਲਾਂ ਨੇ ਬਹੁਤ ਸਾਰੇ ਵਜ਼ਨਦਾਰ ਕਾਨੂੰਨੀ ਇਤਰਾਜ਼ ਉਠਾਏ। ਵਾਇਸਰਾਏ ਨੂੰ ਵੀ ਜਾਪਿਆ ਕਿ ਕੁਝ ਵਿਅਕਤੀ ਜਿਨ੍ਹਾਂ ਨੂੰ ਜਹਾਜ਼ਾਂ ਤੋਂ ਉਤਾਰਦਿਆਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਜਿਸ ਕਰਕੇ ਉਹਨਾਂ ਵਿਰੁੱਧ ਭਾਰਤ ਦੀ ਧਰਤੀ ਉੱਤੇ ਹਕੂਮਤ ਵਿਰੁੱਧ ਕੋਈ ਜੁਰਮ ਕੀਤਾ ਕਾਨੂੰਨਨ ਸਾਬਿਤ ਨਹੀਂ ਹੁੰਦਾ ਸੀ। ਅਜਿਹੇ ਮੁਜਰਮਾਂ ਦੀ ਸੰਖਿਆ 24 ਸੀ ਜਿਨ੍ਹਾਂ ਵਿੱਚੋਂ ਇੱਕ ਕਾਲਾ ਸਿੰਘ ਲਾਹੌਰ ਨੂੰ ਮਾਈਕਲ ਅਡਵਾਇਰ ਨੇ ਹੀ ਮਾਫ਼ੀ ਦਿੰਦੇ ਹੋਏ ਉਸ ਨੂੰ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਸੀ। ਉਹਨਾਂ ਨੂੰ ਮੌਤ ਦੀ ਸਜ਼ਾ ਦੇਣੀ ਕਾਨੂੰਨੀ ਤੌਰ 'ਤੇ ਵਾਜਬ ਠਹਿਰਾਉਣੀ ਮੁਸ਼ਕਿਲ ਹੋ ਜਾਵੇਗੀ। ਨਾਲ ਹੀ ਉਸ ਨੂੰ ਇਹ ਵੀ ਲੱਗਿਆ ਕਿ ਇਸ ਫੈਸਲੇ ਖਿਲਾਫ਼ ਕਿਸੇ ਹੋਰ ਉਚੇਚੀ ਅਦਾਲਤ ਵਿੱਚ ਅਪੀਲ ਕਰਨ ਦੀ ਕੋਈ ਕਾਨੂੰਨੀ ਵਿਵਸਥਾ ਨਹੀਂ ਹੈ। ਇਹ ਸਾਰੇ ਪੱਖ ਸੋਚਣ ਤੋਂ ਬਾਅਦ ਉਸਨੇ ਆਪਣੇ ਹੀ ਪੱਧਰ 'ਤੇ ਫੈਸਲੇ ਦੀ ਨਜ਼ਰਸਾਨੀ ਕਰਨ ਲਈ ਵਾਇਸਰਾਏ ਦੀ ਕੌਂਸਲ ਦੇ ਕਾਨੂੰਨੀ ਸਲਾਹਕਾਰ ਮੈਂਬਰ ਸਰ ਅਲੀ ਇਮਾਮ ਦੀ ਰਾਏ ਲੈਣੀ ਯੋਗ ਸਮਝੀ। ਅਲੀ ਇਮਾਮ ਨੇ ਮੁਕੱਦਮੇ ਦੇ ਫੈਸਲੇ ਬਾਰੇ ਆਪਣੀ ਰਾਏ ਜ਼ਾਹਰ ਕਰਦਿਆਂ ਜਿੱਥੇ 23 ਮੁਜਰਮਾਂ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦੇਣ ਦੀ ਸਿਫਾਰਿਸ਼ ਕੀਤੀ, ਉੱਥੇ ਨਾਲ ਹੀ ਭਾਈ ਕਰਤਾਰ ਸਿੰਘ ਸਰਾਭਾ ਨੂੰ ਦਿੱਤੀ ਸਜ਼ਾ ਬਾਰੇ ਵੀ ਮਾਮੂਲੀ ਜਿਹਾ ਇਤਰਾਜ਼ ਪ੍ਰਗਟਾਇਆ। ਉਸ ਨੇ ਜੱਜਾਂ ਵੱਲੋਂ ਭਾਈ ਕਰਤਾਰ ਸਿੰਘ ਸਰਾਭਾ ਉੱਤੇ ਲਾਏ ਦੋਸ਼ਾਂ ਨੂੰ ਪੂਰਨ ਰੂਪ ਵਿੱਚ ਠੀਕ ਕਿਹਾ, ਪਰ ਉਸ ਦੀ ਅੱਲ੍ਹੜ ਉਮਰ ਦਾ ਲਿਹਾਜ਼ ਕਰਦੇ ਹੋਏ ਉਸ ਨੂੰ ਮੌਤ ਦੀ ਸਜ਼ਾ ਮਨਸੂਖ ਕਰਕੇ ਉਮਰ ਕੈਦ ਵਿੱਚ ਬਦਲਣ ਦੀ ਸਿਫਾਰਿਸ਼ ਕੀਤੀ। ਅਲੀ ਇਮਾਮ ਨੂੰ ਫੈਸਲੇ ਅੰਦਰ ਜੱਜਾਂ ਵੱਲੋਂ ਕਰਤਾਰ ਸਿੰਘ ਸਰਾਭਾ ਬਾਰੇ ਵਰਤੀ ਗਈ ਭਾਸ਼ਾ ਵੀ ਥੋੜ੍ਹੀ ਚੁਭਵੀਂ ਲੱਗੀ। ਖਾਸ ਕਰਕੇ ਸਰਾਭੇ ਨੂੰ ਨਿਰਦਈ ਬਦਮਾਸ਼ ਕਹਿਣਾ ਉਸ ਨੂੰ ਅਦਾਲਤੀ ਮਰਿਆਦਾ ਦੀ ਉਲੰਘਣਾ ਜਾਪਿਆ। ਵਾਇਸਰਾਏ ਲਾਰਡ ਹਾਰਡਿੰਗ ਨੇ ਸਰ ਅਲੀ ਇਮਾਮ ਦੀ ਬਾਕੀ ਸਲਾਹ ਤਾਂ ਇੰਨ ਬਿੰਨ ਮੰਨ ਲਈ, ਪਰ ਭਾਈ ਕਰਤਾਰ ਸਿੰਘ ਸਰਾਭਾ ਨੂੰ ਛੋਟ ਦੇਣ ਦੀ ਸਲਾਹ ਉਸ ਨੂੰ ਮੰਨਣਯੋਗ ਨਾ ਜਾਪੀ। ਉਸ ਨੇ ਹੋਰ ਵੱਧ ਵਿਚਾਰ ਜਾਣਨ ਲਈ ਕੇਸ ਆਪਣੀ ਸਲਾਹਕਾਰ ਕੌਂਸਲ ਦੇ ਅੱਗੇ ਰੱਖ ਦਿੱਤਾ। ਸਲਾਹਕਾਰ ਕੌਂਸਲ ਦੇ 3 ਅੰਗਰੇਜ਼ ਮੈਂਬਰਾਂ ਨੇ ਜਿੱਥੇ ਕਰਤਾਰ ਸਿੰਘ ਸਰਾਭੇ ਬਾਰੇ ਅਦਾਲਤ ਦੇ ਫੈਸਲੇ ਦੀ ਪੂਰਨ ਪ੍ਰੋੜਤਾ ਕੀਤੀ, ਉੱਥੇ ਇੱਕੋ ਇੱਕ ਭਾਰਤੀ ਮੈਂਬਰ ਮਦਰਾਸ ਪ੍ਰੈਜ਼ੀਡੈਂਸੀ ਦੇ ਸਰ ਸ਼ੰਕਰਨ ਨਾਇਰ ਨੇ ਸਰ ਅਲੀ ਇਮਾਮ ਦੀ ਸਿਫਾਰਿਸ਼ ਦੀ ਪ੍ਰੋੜਤਾ ਕੀਤੀ। ਵਾਇਸਰਾਏ ਨੇ 14 ਨਵੰਬਰ ਨੂੰ 23 ਜਣਿਆਂ ਵਿੱਚੋਂ 16 ਦੀ ਫਾਂਸੀ ਦੀ ਸਜ਼ਾ ਮਾਫ਼ ਕਰਕੇ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ। ਵਾਇਸਰਾਏ ਦਾ ਇਹ ਫੈਸਲਾ ਲਾਹੌਰ ਜੇਲ੍ਹ ਅੰਦਰ ਉਸ ਵਕਤ ਪੁੱਜਾ ਜਦੋਂ ਇਹਨਾਂ ਕੈਦੀਆਂ ਨੂੰ ਫਾਂਸੀ ਦੇਣ ਲਈ ਇਸ਼ਨਾਨ ਕਰਾਉਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਇਸ ਤਰ੍ਹਾਂ ਬਾਕੀ ਦੇ 7 ਮੁਜਰਮਾਂ ਨੂੰ ਉਸੇ ਦਿਨ ਫਾਂਸੀ ਦੇਣ ਦੀ ਬਜਾਏ ਇੱਕ ਦਿਨ ਠਹਿਰ ਕੇ ਅਗਲੇ ਦਿਨ 16 ਨਵੰਬਰ ਨੂੰ ਫਾਂਸੀ ਦੇਣ ਦਾ ਅੰਤਿਮ ਹੁਕਮ ਸੁਣਾਇਆ ਗਿਆ। ਜਿਨ੍ਹਾਂ ਦੀ ਮੌਤ ਦੀ ਸਜ਼ਾ ਮਾਫ਼ ਕਰ ਦਿੱਤੀ ਗਈ ਸੀ ਉਹਨਾਂ ਨੂੰ ਅਗਲੇ ਹੀ ਦਿਨ 15 ਨਵੰਬਰ ਨੂੰ ਅੰਡੇਮਾਨ ਕਾਲੇ ਪਾਣੀ ਭੇਜ ਦਿੱਤਾ ਗਿਆ ਸੀ। ਫਾਂਸੀ ਦਾ ਦਿਨ ਭਾਈ ਪਰਮਾਨੰਦ ਲਾਹੌਰ ਨੇ ਆਪਣੀ ਆਤਮ ਕਥਾ ਵਿੱਚ 13 ਸਤੰਬਰ ਨੂੰ ਫਾਂਸੀ ਦੀ ਸਜ਼ਾ ਸੁਣਨ ਉਪਰੰਤ ਗਦਰੀ ਸੰਗਰਾਮੀਆਂ ਦੀ ਮਾਨਸਿਕ ਅਵਸਥਾ ਦੀ ਤਸਵੀਰ ਇਸ ਤਰ੍ਹਾਂ ਚਿਤਰੀ ਹੈ। ਉਸ ਵੇਲੇ ਸਾਡੇ ਹਿਰਦਿਆਂ ਦਾ ਨਜ਼ਾਰਾ ਕੁਛ ਹੋਰ ਹੀ ਸੀ। ਜਿਨ੍ਹਾਂ ਲੋਕਾਂ ਨੇ ਚੱਬਾ ਦਾ ਡਾਕਾ ਆਪਣੇ ਸਵਾਰਥ ਲਈ ਮਰਵਾਇਆ ਸੀ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਬਹੁਤ ਦੁੱਖ ਹੋਇਆ। ਉਹਨਾਂ ਵਿੱਚੋਂ 2 ਆਦਮੀ ਤਾਂ ਭੁੱਬਾ ਮਾਰ-ਮਾਰ ਕੇ ਰੋ ਰਹੇ ਸੀ। ਬਾਕੀ ਸਾਰਿਆਂ ਉੱਤੇ ਇਹ ਕਹਾਵਤ ਅੱਖਰ-ਅੱਖਰ ਲਾਗੂ ਹੁੰਦੀ ਹੈ ਕਿ ਮਰ ਗਏ ਅਬੋ ਜਸ਼ਨੇ ਦਰਦ, ਭਾਵ ਸਾਰਿਆਂ ਨਾਲ ਮਰਾਂਗੇ ਤਾਂ ਮਜ਼ਾ ਹੀ ਆ ਜਾਊ। ਲੋਕ ਇਸ ਸੱਚਾਈ ਦਾ ਅਨੁਭਵ ਨਹੀਂ ਕਰ ਸਕਦੇ ਅਤੇ ਸੰਭਵ ਹੈ ਕਿ ਉਹਨਾਂ ਨੂੰ ਮੇਰੀ ਇਸ ਗੱਲ ਉੱਤੇ ਯਕੀਨ ਆ ਜਾਵੇ ਕਿ ਉਸ ਵੇਲੇ ਸਾਡੀ ਹਾਲਤ ਸੱਚਮੁੱਚ ਅਜਿਹੀ ਮਸਤੀ ਵਾਲੀ ਸੀ ਜਿਸ ਨੂੰ
ਤਿਉਹਾਰ ਕਿਹਾ ਜਾ ਸਕਦਾ ਹੈ। ਸਾਰੇ ਦਿਨ ਵਿੱਚ ਕੋਈ ਵੀ ਪਲ ਅਜਿਹਾ ਨਹੀਂ ਹੁੰਦਾ ਸੀ ਜਦੋਂ ਕੋਈ ਭਜਨ ਜਾਂ ਦੇਸ਼ ਭਗਤੀ ਦਾ ਗੀਤ ਨਾ ਗਾ ਰਿਹਾ ਹੋਵੇ, ਜਿਹੜੇ ਉਹਨਾਂ ਨੇ ਪਹਿਲਾਂ ਹੀ ਲਿਖੇ ਹੁੰਦੇ ਸਨ ਅਥਵਾ ਜੇਲ੍ਹ ਅੰਦਰ ਹੀ ਰਚੇ ਹੁੰਦੇ ਸਨ। ਅੱਧੀ ਰਾਤ ਤੱਕ ਅਸੀਂ ਆਪਣੀਆਂ ਕੋਠੜੀਆਂ ਵਿੱਚ ਦੂਜਿਆਂ ਨਾਲ ਉਦੋਂ ਤੱਕ ਗੱਲਾਂ ਕਰਦੇ ਅਤੇ ਹੱਸਦੇ ਰਹਿੰਦੇ ਸੀ ਜਦੋਂ ਤੱਕ ਥੱਕ ਕੇ ਨੀਂਦ ਦੇ ਨਸ਼ੇ ਵਿੱਚ ਬੇਹੋਸ਼ ਹੋ ਕੇ ਸੌਂ ਨਹੀਂ ਜਾਂਦੇ ਸੀ। ਸਾਡੇ ਪਹਿਰੇਦਾਰ ਸਿਪਾਹੀ ਹੈਰਾਨ ਹੋ ਜਾਂਦੇ ਸਨ ਅਤੇ ਉਹਨਾਂ ਵਿੱਚੋਂ ਕੁਝ ਇਸ ਤਰ੍ਹਾਂ ਦੀ ਟਿੱਪਣੀ ਕਰਦੇ ਸਨ, ਤੁਸੀਂ ਲੋਕ ਬਰਾਤ ਵਿੱਚ ਜਾ ਰਹੇ ਹੋ ਜਾਂ ਫਾਂਸੀ ਲਈ ਤਿਆਰ ਹੋ ਰਹੇ ਹੋ। ਉਹਨਾਂ ਵਿਚਾਰਿਆਂ ਨੂੰ ਸਮਝ ਨਹੀਂ ਆਉਂਦੀ ਸੀ ਕਿ ਇਸ ਫਾਂਸੀ ਵਿੱਚ ਕਿੰਨਾ ਆਨੰਦ ਹੈ। ਕਰਤਾਰ ਸਿੰਘ ਸਾਰਿਆਂ ਨਾਲੋਂ ਜ਼ਿਆਦਾ ਖੁਸ਼ ਸੀ। ਸਾਡਾ ਅੰਦਾਜ਼ਾ ਸੀ ਕਿ 7ਵੇਂ ਦਿਨ ਭਾਵ 20 ਸਤੰਬਰ ਨੂੰ ਸੁਬਹ ਸਵੇਰੇ ਹੀ ਫਾਂਸੀ ਲਾ ਦਿੱਤੀ ਜਾਵੇਗੀ। 7ਵੀਂ ਰਾਤ ਨੂੰ ਸਾਡੇ ਕਿੰਨੇ ਹੀ ਸਾਥੀ ਅੱਧੀ ਰਾਤ ਨੂੰ ਹੀ ਉੱਠ ਬੈਠੇ ਅਤੇ ਪਾਠ ਕਰਨਾ ਸ਼ੁਰੂ ਕਰ ਦਿੱਤਾ। ਉਹ ਇਹ ਉਡੀਕ ਕਰ ਰਹੇ ਸਨ ਕਿ ਹੁਣੇ ਹੀ ਜੇਲ੍ਹ ਦੇ ਅਫਸਰ ਉਹਨਾਂ ਨੂੰ ਲਿਜਾਣ ਲਈ ਆਉਣ ਵਾਲੇ ਹੋਣਗੇ। ਇਸ ਤਰ੍ਹਾਂ ਹੀ ਦੂਜੇ ਦਿਨ ਹੋਇਆ, ਪਰ ਫਿਰ ਸਾਡਾ ਉਤਸ਼ਾਹ ਠੰਡਾ ਪੈ ਗਿਆ ਅਤੇ ਅਸੀਂ ਬੇਫਿਕਰੇ ਹੋ ਕੇ ਆਨੰਦ ਮਗਨ ਹੋ ਗਏ। ਗਿਆਨੀ ਨਾਹਰ ਸਿੰਘ ਨੇ ਲਿਖਿਆ ਹੈ, ਉੜਕ 14 ਨਵੰਬਰ 1915 ਦੇ ਸਵੇਰੇ ਆਪ ਕਰਤਾਰ ਸਿੰਘ ਸਰਾਭਾ 6 ਹੋਰ ਸਾਥੀਆਂ ਸਮੇਤ ਸੈਂਟਰਲ ਜੇਲ੍ਹ ਲਾਹੌਰ ਵਿੱਚ ਦੇਸ਼ ਦੀ ਆਜ਼ਾਦੀ ਖਾਤਰ ਫਾਂਸੀ ਉੱਤੇ ਚੜ੍ਹ ਕੇ ਆਪਣੇ ਆਪ ਕੁਰਬਾਨ ਕਰਕੇ ਸ਼ਹੀਦ ਹੋ ਗਏ। ਫਾਂਸੀ ਲੱਗਣ ਦੇ ਦੂਜੇ ਦਿਨ ਸਾਡੇ ਉੱਤੇ ਕਲਨ ਖਾਨ ਵਾਰਡ ਦੀ ਡਿਊਟੀ ਸੀ। ਉਸ ਦੀ ਕਰਤਾਰ ਸਿੰਘ ਦੇ ਫਾਂਸੀ ਲੱਗਣ ਸਮੇਂ ਫਾਂਸੀ ਘਰ ਵਿੱਚ ਹੀ ਡਿਊਟੀ ਸੀ। ਭਾਈ ਸਾਹਿਬ ਰਣਧੀਰ ਸਿੰਘ ਨੇ ਪੁੱਛਿਆ, ਦੱਸੋ ਤੁਸੀਂ ਉਸ ਵੇਲੇ ਡਿਊਟੀ ਉੱਤੇ ਸੀ, ਕਰਤਾਰ ਸਿੰਘ ਦਾ ਅੰਤਿਮ ਸਮਾਂ ਕੈਸਾ ਰਿਹਾ? ਤਦ ਕਲਨ ਖਾਨ ਨੇ ਦੱਸਿਆ ਕਿ ਕਰਤਾਰ ਸਿੰਘ ਨੇ ਫਾਂਸੀ ਦੇ ਤਖ਼ਤੇ ਉੱਤੇ ਖੜ੍ਹੇ ਹੋ ਕੇ ਅਖੀਰ ਵੇਲੇ ਇਹ ਲਫ਼ਜ਼ ਕਹੇ, ਦਰੋਗਾ मत समझो कि करतार सिंह मर गया है, मेरे खून के जितने कतरे हैं उतने करतार सिंह और पैदा होंगे और देश की आज़ादी के लिए काम करेंगे। भाई परमानंद मुताबिक अगले दिन सुबह सवेरे इन्हां नूं 2 अलग-अलग टोलियां विच वंड के फांसी घर लिजाया गया। फांसी चढ़न तो पहलां पिंगले ने यह इच्छा प्रगटाई कि वह रब अगे अरदास करनी चाहुंदा है। उस दी हथकड़ी खोल दित्ती गई ਅਤੇ ਉਸਨੇ ਅਰਦਾਸ ਕੀਤੀ ਕਿ ਐ ਪਰਮਾਤਮਾ, ਤੂੰ ਸਾਡੇ ਦਿਲਾਂ ਦੀਆਂ ਜਾਣਦਾ ਹੈ, ਜਿਸ ਪਵਿੱਤਰ ਕਾਰਜ ਲਈ ਅਸੀਂ ਆਪਣੇ ਜੀਵਨ ਅਰਪਿਤ ਕਰ ਰਹੇ ਹਾਂ, ਤੂੰ ਉਸ ਕਾਰਜ ਦੀ ਰੱਖਿਆ ਕਰਨੀ, ਇਹੀ ਸਾਡੀ ਆਖਰੀ ਖਾਹਿਸ਼ ਹੈ। ਗਿੱਲਵਾਲੀ ਦੇ ਸਰੈਣ ਸਿੰਘ ਪੁੱਤਰ ਬੂੜ ਸਿੰਘ, ਜਿਸ ਨੇ ਆਪਣੀ ਨਿੱਜੀ ਗਰਜ ਵਿੱਚੋਂ ਚੱਬੇ ਦਾ ਡਾਕਾ ਮਰਵਾਇਆ ਸੀ ਅਤੇ ਨਿੱਜੀ ਕਿੜ ਵਿੱਚੋਂ ਹੀ ਸ਼ਾਹੂਕਾਰ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ, ਨੂੰ ਛੱਡ ਕੇ ਬਾਕੀ 6 ਗਦਰੀ ਸੂਰਮੇ 16 ਨਵੰਬਰ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪੂਰੀ ਚੜ੍ਹਦੀ ਕਲਾ ਦੀ ਅਵਸਥਾ ਵਿੱਚ ਹੱਸਦੇ ਗਾਉਂਦੇ ਅਤੇ ਗਰਜਦੇ ਫਾਂਸੀ ਘਰ ਵਿੱਚ ਪਹੁੰਚੇ। ਸ਼ਹਾਦਤ ਤੋਂ ਬਾਅਦ ਕਿਰਤੀ ਦੇ ਅਪ੍ਰੈਲ 1927 ਦੇ ਅੰਕ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਜ਼ਾਦੀ ਦਾ ਅਦੁੱਤੀ ਪਿਆਰਾ ਪਰਜਾ ਭਗਤ ਭਾਈ ਸਾਹਿਬ ਭਾਈ ਕਰਤਾਰ ਸਿੰਘ ਜੀ ਸ਼ਹੀਦ ਦਾ ਸਨਮਾਨਜਨਕ ਸਿਰਲੇਖ ਦਿੱਤਾ ਗਿਆ ਸੀ। ਇਸ ਅੰਕ ਵਿੱਚ ਸ਼ਹੀਦ ਲੜੀ ਨੰਬਰ 7 ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਹਰ ਜਗ੍ਹਾ ਭਾਈ ਸਾਹਿਬ ਹੀ ਲਿਖਿਆ ਗਿਆ ਹੈ। ਕਿਰਤੀ ਦੇ ਮਾਰਚ 1926 ਦੇ ਅੰਕ ਵਿੱਚ ਭਾਈ ਸੰਤੋਖ ਸਿੰਘ ਦਾ ਸਰਾਭੇ ਬਾਰੇ ਲੇਖ ਛਪਿਆ, ਜਿਸ ਦੇ ਹੇਠਾਂ ਉਹਨਾਂ ਨੇ ਇਹ ਵਿਸ਼ੇਸ਼ ਨੋਟ ਦਿੱਤਾ ਹੈ, ਉੱਪਰਲੇ ਲੇਖ ਵਿੱਚ ਸ਼੍ਰੀਮਾਨ ਭਾਈ ਕਰਤਾਰ ਸਿੰਘ ਜੀ ਸ਼ਹੀਦ ਦੇ ਪਹਿਲੇ ਬਾਗੀ ਸ਼ਬਦ ਲਿਖਿਆ ਹੋਇਆ ਹੈ। ਇਹ ਸ਼ਬਦ ਸੰਬੰਧੀ ਅਸੀਂ ਪਾਠਕਾਂ ਦੀ ਸੇਵਾ ਵਿੱਚ ਬੇਨਤੀ ਕਰਦੇ ਹਾਂ ਕਿ ਇਹ ਗੁਰਮੁਖ ਪਿਆਰੇ ਦੀ ਆਪਣੀ ਮੰਗ ਸੀ ਕਿ ਮੇਰੀ ਸ਼ਹੀਦੀ ਤੋਂ ਬਾਅਦ ਮੈਨੂੰ ਇਹ ਖਿਤਾਬ ਦਾਨ ਦਿੱਤਾ ਜਾਵੇ। ਬਾਬਾ ਸੋਹਣ ਸਿੰਘ ਭਕਨਾ ਸਰਾਭੇ ਨਾਲੋਂ ਦੁੱਗਣੀ ਉਮਰ ਦੇ ਸਨ, ਪਰ ਉਹਨਾਂ ਨੇ ਉਸ ਨੂੰ ਮੇਰਾ ਜਰਨੈਲ ਕਹਿ ਕੇ ਬਹੁਤ ਵੱਡਾ ਸਨਮਾਨ ਦਿੱਤਾ ਸੀ। ਭਾਈ ਰਣਧੀਰ ਸਿੰਘ ਸਰਾਭੇ ਦੇ ਬਾਪ ਦੀ ਉਮਰ ਦੇ ਸਨ, ਪਰ ਉਹਨਾਂ ਆਪਣੀ ਲਿਖਤਾਂ ਵਿੱਚ ਉਸ ਨੂੰ ਹਮੇਸ਼ਾ ਵੀਰ ਕਰਤਾਰ ਸਿੰਘ ਦੇ ਮੋਹ ਭਰੇ ਸੰਬੋਧਨ ਨਾਲ ਹੀ ਯਾਦ ਕੀਤਾ। ਸਚਿੰਦਰ ਨਾਥ ਸਨਿਆਲ ਨੇ ਸਰਾਭੇ ਦੀ ਬਹਾਦਰੀ ਦੀ ਦਾਦ ਦਿੰਦੇ ਹੋਏ ਉਸ ਨੂੰ ਵੀਰ ਕਰਤਾਰ ਸਿੰਘ ਕਿਹਾ। ਗਿਆਨੀ ਹਰਭਜਨ ਸਿੰਘ ਚਮਿੰਡਾ ਸਰਾਭੇ ਦਾ ਹਾਣੀ ਸੀ। ਦੋਵਾਂ ਨੇ ਗੁਜਰਵਾਲ ਦੇ ਮਿਡਲ ਸਕੂਲ ਅਤੇ ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਅੱਗੜ ਪਿੱਛੜ ਹੀ ਪੜ੍ਹਾਈ ਕੀਤੀ ਸੀ। ਚਮਿੰਡਾ ਜੀ ਨੇ ਭਾਈ ਕਰਤਾਰ ਸਿੰਘ ਸਰਾਭਾ ਨੂੰ ਲਾਡ ਨਾਲ ਬਾਬਾ ਜਰਨੈਲ ਕਹਿ ਕੇ ਨਿਵਾਜਿਆ ਸੀ। ਉਸ ਨੇ ਆਪਣੀਆਂ ਯਾਦਾਂ ਵਿੱਚ ਸਰਾਭੇ ਦੇ ਜੋ ਗੁਣ ਦੱਸੇ ਹਨ,
ਉਹਨਾਂ ਮੁਤਾਬਕ ਉਹ ਚੁਸਤ, ਚਲਾਕ, ਫੁਰਤੀਲਾ, ਚਤਰ, ਹੁਸ਼ਿਆਰ, ਸਿਰੜੀ, ਸਿਆਣਾ, ਤਿਆਗੀ ਅਤੇ ਦਲੇਰ ਸੀ। ਊਧਮ ਸਿੰਘ ਕਸੇਲ ਨੇ ਵੀ ਉਸ ਨੂੰ ਨਿਡਰ, ਦਲੇਰ ਅਤੇ ਸੂਰਬੀਰ ਦੱਸਿਆ ਹੈ। ਭਾਈ ਭਗਵਾਨ ਸਿੰਘ ਨੇ ਲਿਖਿਆ ਹੈ ਕਿ ਇਤਨਾ ਦਲੇਰ ਆਦਮੀ, ਇਤਨਾ ਬਹਾਦਰ ਆਦਮੀ ਮੇਰੀਆਂ ਅੱਖਾਂ ਵਿੱਚੋਂ ਬਹੁਤ ਘੱਟ ਅਜਿਹੇ ਆਦਮੀ ਨਿਕਲੇ ਹਨ। ਵਿਦਾਇਗੀ ਕਵਿਤਾ। ਭਾਈ ਸੰਤੋਖ ਸਿੰਘ ਜੀ ਨੇ 1926 ਵਿੱਚ ਕਿਰਤੀ ਪਰਚੇ ਵਿੱਚ ਉਸ ਕਵਿਤਾ ਦਾ ਪੂਰਾ ਪਾਠ ਛਾਪਿਆ ਸੀ, ਜਿਸ ਬਾਰੇ ਭਾਈ ਸਾਹਿਬ ਦਾ ਕਹਿਣਾ ਹੈ ਕਿ ਇਹ ਕਵਿਤਾ ਉਹਨਾਂ ਕੌਮੀ ਬਜ਼ੁਰਗਾਂ ਨੇ ਫਾਂਸੀ ਦੇ ਦਿਨ ਤੋਂ ਪਹਿਲੇ ਕਈ ਦਿਨ ਭਰ ਸਾਂਝੀ ਮਿਹਨਤ ਅਤੇ ਵਿਚਾਰ ਦੇ ਨਾਲ ਤਿਆਰ ਕੀਤੀ ਸੀ ਅਤੇ ਸ਼ਹੀਦ ਵਾਸਤੇ ਤੁਰਨ ਵੇਲੇ ਸਭਨਾਂ ਨੇ ਪ੍ਰੇਮ ਨਾਲ ਉਚਾਰੀ ਸੀ। ਉਹ ਕਵਿਤਾ ਇਹ ਹੈ: ਫਾਂਸੀ ਵਾਲੇ ਸ਼ਹੀਦਾਂ ਦਾ ਸੰਦੇਸ਼ਾ। ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ। ਸਦਾ ਕੂੜ ਦੀ ਰਹੇ ਨਾ ਜ਼ਾਰ ਸ਼ਾਹੀ, ਸਦਾ ਜਬਰਾਂ ਹੱਥ ਤਲਵਾਰ ਨਹੀਂ। ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਕਤ ਇਹ ਕਿਸੇ ਦਾ ਯਾਰ ਨਹੀਂ। ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਹੀਂ। ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ, ਅਸੀਂ ਆਪਣੀ ਆਪ ਨਿਭਾ ਦਿਆਂਗੇ। ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾਂ, ਨਾਲ ਖੁਸ਼ੀ ਦੇ ਸੀਸ ਲਗਾ ਦਿਆਂਗੇ। ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜੜ ਜ਼ੁਲਮ ਦੀ ਪੱਟ ਵਿਖਾ ਦਿਆਂਗੇ। ਥੋੜ੍ਹੇ ਦਿਨਾਂ ਤਾਈਂ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ। ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ। ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ, ਕੱਟ ਸਕਦੀ ਨਹੀਂ ਤਲਵਾਰ ਸਾਨੂੰ। ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ। ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ। ਭਾਈ ਸੰਤੋਖ ਸਿੰਘ ਨੇ ਉਪਰੋਕਤ ਕਵਿਤਾ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟਾਏ ਹਨ: ਸੰਸਾਰ ਵਿੱਚ ਅਨੇਕਾਂ ਕਵਿਤਾਵਾਂ ਨਿੱਤ ਉਚਾਰੀਆਂ ਅਤੇ ਲਿਖੀਆਂ ਜਾਂਦੀਆਂ ਹਨ ਅਤੇ ਅਨੇਕਾਂ ਹੀ ਨਿੱਤ ਪੁਸਤਕਾਂ ਅਤੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਹਨ, ਪਰੰਤੂ ਉੱਪਰਲੀ ਕਵਿਤਾ ਇਹਨਾਂ ਆਮ ਕਵਿਤਾਵਾਂ ਵਿੱਚੋਂ ਨਹੀਂ। ਇਸ ਦੀ ਮਹਿਮਾ ਸਭ ਨਾਲੋਂ ਨਿਰਾਲੀ ਅਤੇ ਉੱਚੀ ਹੈ। ਇਸ ਕਵਿਤਾ ਨੂੰ ਪੜ੍ਹ ਕੇ ਅਤੇ ਸੁਣ ਕੇ ਵਤਨ ਸਪੁੱਤਰਾਂ ਨੂੰ ਵਤਨ ਦੇ ਇਸ਼ਕ ਦਾ ਰੰਗ ਚੜ੍ਹਿਆ ਹੈ ਅਤੇ ਚੜ੍ਹਨਾ ਹੈ। ਇਸ ਕਵਿਤਾ ਨੂੰ ਪੜ੍ਹ ਕੇ ਅਤੇ ਸੁਣ ਕੇ ਪਾਪੀਆਂ ਦੇ ਪਾਪ ਕੰਬਦੇ ਹਨ ਅਤੇ ਧਰਮੀਆਂ ਨੂੰ ਧਰਮ ਦੀ ਰੰਗਣ ਅਤੇ ਖੁਸ਼ੀਆਂ ਚੜ੍ਹਦੀਆਂ ਹਨ। ਇਸ ਕਵਿਤਾ ਵਿੱਚ ਇਹ ਗੁਣ ਹੋਣ ਦਾ ਕਾਰਨ ਇਹ ਹੈ ਕਿ ਜਿਨ੍ਹਾਂ ਧਰਮੀਆਂ ਨੇ ਇਹ ਕਵਿਤਾ ਉਚਾਰੀ, ਉਹਨਾਂ ਨੇ ਜੋ ਕੁਝ ਮੂੰਹ ਤੋਂ ਕਿਹਾ ਉਹ ਹੀ ਕਮਾਇਆ। ਸੰਸਾਰ ਦਾ ਰਿਵਾਜ ਹੈ ਕਹਿਣਾ ਹੋਰ ਤੇ ਕਮਾਉਣਾ ਹੋਰ, ਪਰ ਉਹਨਾਂ ਧਰਮੀਆਂ ਨੇ ਸੰਸਾਰ ਦੀ ਕੰਧ ਤੋਂ ਪਾਰ ਟੱਪ ਕੇ ਦਿਖਾਇਆ। ਉਹਨਾਂ ਨੇ ਜੋ ਕੁਝ ਜੀਭਾਂ ਤੋਂ ਕੱਢਿਆ ਉਹ ਪਹਿਲਾਂ ਆਪਣਾ ਮਨ ਦੇ ਕੇ ਅਤੇ ਤਨ ਵਾਰ ਕੇ ਪੂਰਾ ਕੀਤਾ। ਸੰਨ 1914-15 ਵਾਲੇ ਅਮਰੀਕਾ, ਕਨੇਡਾ ਅਤੇ ਹੋਰ ਟਾਪੂਆਂ ਤੋਂ ਆਏ ਧਰਮੀਆਂ ਨੇ ਫਾਂਸੀ ਉੱਤੇ ਸ਼ਹੀਦੀ ਪਾਉਣ ਵਾਸਤੇ ਤੁਰਨ ਲੱਗਿਆਂ ਆਪਣੇ ਸਾਥੀਆਂ ਤੋਂ ਵਿਦਾ ਹੋਣ ਸਮੇਂ ਹਿੰਦੁਸਤਾਨ ਦੇ ਸਪੁੱਤਰਾਂ ਨੂੰ ਆਪਣਾ ਸੰਦੇਸ਼ ਦਿੱਤਾ ਸੀ ਅਤੇ ਉਹ ਸੰਦੇਸ਼ਾ ਇਹ ਕਵਿਤਾ ਹੈ। ਇਹ ਕਵਿਤਾ ਉਹਨਾਂ ਕੌਮੀ ਬਜ਼ੁਰਗਾਂ ਨੇ ਫਾਂਸੀ ਦੇ ਦਿਨ ਤੋਂ ਪਹਿਲੇ ਕਈ ਦਿਨਾਂ ਭਰ ਸਾਂਝੀ ਮਿਹਨਤ ਅਤੇ ਵਿਚਾਰ ਦੇ ਨਾਲ ਤਿਆਰ ਕੀਤਾ ਸੀ ਅਤੇ ਸ਼ਹੀਦੀ ਵਾਸਤੇ ਤੁਰਨ ਵੇਲੇ ਸਭਨਾਂ ਨੇ ਪ੍ਰੇਮ ਨਾਲ ਉਚਾਰੀ ਸੀ। ਮਿਲ ਕੇ ਲੇਖ ਤਿਆਰ ਕਰਨ ਅਤੇ ਕਵਿਤਾ ਰਚਨ ਦਾ ਖਿਆਲ ਉਹਨਾਂ ਧਰਮੀ ਪ੍ਰਵਾਨਿਆਂ ਨੂੰ ਇੱਥੇ ਇਸ ਮੌਕੇ ਪਹਿਲੀ ਵਾਰ ਨਹੀਂ ਆਇਆ ਸੀ। ਇਹਨਾਂ ਨੇ ਅਮਰੀਕਾ ਵਿੱਚ ਵੀ ਇਤਿਹਾਸਿਕ ਲੇਖ ਅਤੇ ਮਨੋਹਰ ਕਵਿਤਾਵਾਂ ਤਿਆਰ ਕੀਤੀਆਂ ਸਨ। ਹੋਰ ਤਿਆਰ ਕਰਨ ਦੇ ਆਹਰ ਵਿੱਚ ਸਨ ਜਦ ਹਿੰਦੁਸਤਾਨ ਨੂੰ ਚਾਲੇ ਪਾਏ। ਇਸ ਤਰ੍ਹਾਂ ਨਾਲ ਰਲ ਕੇ ਲੇਖ ਆਦਿਕ ਤਿਆਰ ਕਰਨ ਦੀ ਵਿਉਂਤ ਸਾਬਿਤ ਕਰਦੀ ਹੈ ਕਿ ਉਹਨਾਂ ਬਜ਼ੁਰਗਾਂ ਨੇ ਆਪਣਾ ਆਪ ਆਪਣੇ ਕਾਜ ਵਿੱਚ ਕਿਸ ਹੱਦ ਤੱਕ ਲੀਨ ਕਰ ਦਿੱਤਾ ਸੀ ਅਤੇ ਉਹਨਾਂ ਨੇ ਸੰਸਾਰ ਨੂੰ ਸਿੱਖਿਆ ਦਿੱਤੀ ਹੈ ਕਿ ਸੇਵਕਾਂ ਨੂੰ ਕਿਸ ਤਰ੍ਹਾਂ ਆਪਣੀ ਸ਼ਖਸੀਅਤ ਮਿਟਾ ਕੇ ਆਪਣੇ ਪਵਿੱਤਰ ਕਾਜ ਦੀ ਵੱਡੀ ਸ਼ਖਸੀਅਤ ਨੂੰ ਉਸਾਰਨਾ ਚਾਹੀਦਾ ਹੈ। ਹਰ ਇੱਕ ਸਾਂਝੇ ਕਾਰਜ ਦੀ ਕਾਮਯਾਬੀ ਦੀ ਇਹ ਕੁੰਜੀ ਗੁੱਝੀ ਛਿਪੀ ਨਹੀਂ, ਪਰੰਤੂ ਇਸ ਕੁੰਜੀ ਨੂੰ ਉਹ ਵਰਤ ਸਕਦੇ ਹਨ ਜਿਨ੍ਹਾਂ ਦੇ ਮਨ ਵਿੱਚ ਪਰਉਪਕਾਰ ਦੀ ਧੁਨ ਪੈਦਾ ਹੋ ਜਾਵੇ। ਇਹਨਾਂ ਪਵਿੱਤਰ ਜਿਨ੍ਹਾਂ ਦੇ ਮਨ ਵਿੱਚ ਹੋਰ ਕਿਸੇ ਕਿਸਮ ਦੇ ਵਿਚਾਰਾਂ ਜਾਂ ਫੁਰਨਿਆਂ ਵਾਸਤੇ ਥਾਂ ਨਹੀਂ ਸੀ,
ਮਾਨਸ ਜਾਤੀ ਦੀ ਸੇਵਾ ਦੀ ਧੁਨ ਵਿੱਚ ਉਹ ਲੱਗੇ ਹੋਏ ਸਨ। ਇਸੇ ਧੁਨ ਵਿੱਚ ਉਹ ਤੁਰਦੇ ਫਿਰਦੇ, ਬੈਠਦੇ, ਉੱਠਦੇ, ਜਾਗਦੇ, ਸੌਂਦੇ ਅਤੇ ਜਿਉਂਦੇ ਸਨ। ਕੋਈ ਸਮਾਂ ਆਵੇਗਾ ਜਦ ਆਜ਼ਾਦੀ ਦੇ ਇਤਿਹਾਸ ਦੇ ਖੋਜੀ ਇਹਨਾਂ ਕਵਿਤਾਵਾਂ ਦੀ ਭਾਲ ਵਿੱਚ ਲੱਗੇ ਹੋਏ ਧਰਤੀ ਦੀਆਂ 16 ਕੁੰਟਾਂ ਤੋਂ ਹਿੰਦੁਸਤਾਨ ਵਿੱਚ ਆਉਣਗੇ ਅਤੇ ਇਹਨਾਂ ਕਵਿਤਾਵਾਂ ਦਾ ਉਲੱਥਾ ਸੰਸਾਰ ਦੀਆਂ ਉੱਘੀਆਂ ਲਾਇਬ੍ਰੇਰੀਆਂ ਵਿੱਚ ਰੱਖਿਆ ਜਾਵੇਗਾ। ਜ਼ਰੂਰੀ ਨੋਟ: ਹਥਲੀ ਕਿਤਾਬ ਦੇ ਪਹਿਲੇ ਐਡੀਸ਼ਨ ਵਿੱਚ ਵਿਦਾਇਗੀ ਕਵਿਤਾ ਵਾਲਾ ਉਪਰੋਕਤ ਭਾਗ ਛਾਪਣ ਵੇਲੇ ਸਾਡੇ ਕੋਲ ਬੇਧਿਆਨੀ ਵਿੱਚ ਇੱਕ ਗੰਭੀਰ ਉਕਾਈ ਹੋ ਗਈ ਸੀ। ਇਹ ਭਾਗ ਅਸੀਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਨਵੰਬਰ 2003 ਵਿੱਚ ਗਦਰੀ ਯੋਧਾ ਭਾਈ ਸੰਤੋਖ ਸਿੰਘ ਜੀਵਨ ਅਤੇ ਲਿਖਤਾਂ ਦੇ ਅਨੁਵਾਦ ਹੇਠ ਛਾਪੇ ਗਏ ਕਿਤਾਬਚੇ ਵਿੱਚੋਂ ਲਿਆ ਸੀ। ਪ੍ਰਕਾਸ਼ਨ ਦੇ ਨੋਟ ਅਨੁਸਾਰ ਭਾਈ ਸੰਤੋਖ ਸਿੰਘ ਦੀ ਇਹ ਲਿਖਤ ਕਿਰਤੀ ਦੇ ਅਗਸਤ-ਸਤੰਬਰ 1926 ਦੇ ਅੰਕ ਵਿੱਚ ਛਾਪੀ ਦੱਸੀ ਗਈ ਸੀ। ਅਸੀਂ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬ੍ਰੇਰੀ ਵਿੱਚੋਂ ਕਿਰਤੀ ਪਰਚੇ ਦਾ ਉਪਰੋਕਤ ਅੰਕ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਪਰ ਪੂਰਾ ਯਤਨ ਕਰਨ ਦੇ ਬਾਵਜੂਦ ਸਾਨੂੰ ਇਹ ਅੰਕ ਨਹੀਂ ਲੱਭਾ ਸੀ। ਕਿਰਤੀ ਦਾ ਇਹ ਅੰਕ ਉੱਥੋਂ ਗਾਇਬ ਸੀ। ਹੁਣ ਰਾਜਵਿੰਦਰ ਸਿੰਘ ਰਾਹੀ ਦੀ ਮਦਦ ਨਾਲ ਕਿਰਤੀ ਦਾ ਉਪਰੋਕਤ ਅੰਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਈ ਮੋਹਨ ਸਿੰਘ ਵੈਦ ਭਾਗ ਵਿੱਚੋਂ ਮਿਲ ਗਿਆ ਹੈ। ਇਸ ਨਾਲ 1915 ਦੇ ਗਦਰੀ ਸ਼ਹੀਦਾਂ ਦੀ ਵਿਦਾਇਗੀ ਕਵਿਤਾ ਬਾਰੇ ਅਹਿਮ ਸੱਚਾਈ ਪ੍ਰਗਟ ਹੋ ਗਈ ਹੈ। ਭਾਈ ਸੰਤੋਖ ਸਿੰਘ ਨੇ ਕਿਰਤੀ ਦੇ ਅਗਸਤ 1926 ਦੇ ਅੰਕ ਦੇ ਮੁੱਢਲੇ ਸਫ਼ੇ ਉੱਤੇ ਫਾਂਸੀ ਵਾਲੇ ਸ਼ਹੀਦਾਂ ਦਾ ਸੰਦੇਸ਼ਾ ਦੇ ਅਨੁਵਾਦ ਹੇਠ ਜਿਹੜੀ ਕਵਿਤਾ ਛਾਪੀ ਸੀ, ਉਸ ਵਿੱਚ ਵਤਨ ਵਾਸੀਓ ਸਾਨੂੰ ਯਾਦ ਰੱਖਣਾ ਵਾਲਾ ਹਿੱਸਾ ਨਹੀਂ ਸੀ। ਭਾਈ ਸਾਹਿਬ ਨੇ ਸ਼ਹੀਦਾਂ ਦੀ ਆਪਣੀ ਮੌਲਿਕ ਕਵਿਤਾ ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ ਬਾਰੇ ਹੀ ਆਪਣੇ ਭਾਵਪੂਰਤ ਵਿਚਾਰ ਪ੍ਰਗਟ ਕੀਤੇ ਸਨ। ਭਾਈ ਸੰਤੋਖ ਸਿੰਘ ਨੇ ਆਪਣੀ ਲਿਖਤ ਦੇ ਹੇਠਾਂ ਇਹ ਨੋਟ ਲਿਖਿਆ ਸੀ: ਉਪਰੋਕਤ ਦਿੱਤੀ ਕਵਿਤਾ ਸ਼ਹੀਦਾਂ ਦੇ ਸੰਦੇਸ਼ੇ ਵਿੱਚੋਂ ਇੱਕ ਹਿੱਸਾ ਹੈ, ਬਾਕੀ ਹਿੱਸੇ ਹਾਲੀ ਮਿਲ ਨਹੀਂ ਸਕੇ। ਉਸ ਤੋਂ ਅਗਲੇ ਮਹੀਨੇ ਕਿਰਤੀ ਦੇ ਸਤੰਬਰ 1926 ਦੇ ਅੰਕ ਵਿੱਚ ਸੰਨ 14 ਦੇ ਸ਼ਹੀਦਾਂ ਦਾ ਸੰਦੇਸ਼ਾ ਦੇ ਅਨੁਵਾਦ ਹੇਠ ਵਤਨ ਵਾਸੀਓ ਰੱਖਣਾ ਯਾਦ ਸਾਨੂੰ ਵਾਲੀ ਕਵਿਤਾ ਛਾਪੀ ਗਈ ਸੀ, ਪਰ ਭਾਈ ਸੰਤੋਖ ਸਿੰਘ ਨੇ ਇਹ ਵਾਅਦਾ ਬਿਲਕੁਲ ਨਹੀਂ ਕੀਤਾ ਸੀ ਕਿ ਇਹ ਪਿਛਲੇ ਅੰਕ ਵਿੱਚ ਛਾਪੀ ਗਈ ਅਧੂਰੀ ਕਵਿਤਾ ਦਾ ਹੀ ਬਾਕੀ ਹਿੱਸਾ ਸੀ। ਇਸ ਦੇ ਉਲਟ ਭਾਈ ਸਾਹਿਬ ਨੇ ਇਸ ਕਵਿਤਾ ਦੇ ਖੱਬੇ ਹਾਸ਼ੀਏ ਤੇ ਦੇਸ਼ ਸੇਵਕ ਲਿਖਿਆ ਸੀ, ਜਿਹੜਾ ਕਿ ਇਸ ਕਵਿਤਾ ਦੇ ਲੇਖਕ ਵੱਲ ਇਸ਼ਾਰਾ ਕਰਦਾ ਸੀ। ਵੈਸੇ ਵੀ ਦੋਵਾਂ ਕਵਿਤਾਵਾਂ ਦੀ ਆਪਸ ਵਿੱਚ ਨਾ ਕਾਵਿ ਸ਼ੈਲੀ ਮਿਲਦੀ ਹੈ, ਨਾ ਹੀ ਅੰਤਰੀਵ ਭਾਵ ਜੋ ਕਿ ਕਵਿਤਾ ਦੀ ਆਤਮਾ ਹੁੰਦਾ ਹੈ ਮਿਲਦਾ ਹੈ। ਹੋਰ ਛਾਣਬੀਨ ਕਰਨ ਤੋਂ ਬਾਅਦ ਇਹ ਤੱਥ ਸਾਹਮਣੇ ਆਇਆ ਕਿ ਵਤਨ ਵਾਸੀਓ ਰੱਖਣਾ ਯਾਦ ਸਾਨੂੰ ਕਵਿਤਾ ਦਾ ਲੇਖਕ ਗਦਰੀ ਆਗੂ ਭਾਈ ਭਗਵਾਨ ਸਿੰਘ ਪ੍ਰੀਤਮ ਸੀ। ਇਹ ਕਵਿਤਾ ਉਸਨੇ 1915 ਦੇ ਸ਼ਹੀਦਾਂ ਦੀ ਸ਼ਹਾਦਤ ਤੋਂ ਬਾਅਦ 1916 ਵਿੱਚ ਲਿਖੀ ਸੀ, ਜਿਹੜੀ ਉਸ ਵੇਲੇ ਅਮਰੀਕਾ ਵਿੱਚੋਂ ਛਪਦੇ ਹਿੰਦੁਸਤਾਨੀ ਗਦਰ ਦੇ 29 ਮਾਰਚ 1916 ਅੰਕ ਵਿੱਚ ਛਪੀ ਸੀ। ਬਾਅਦ ਵਿੱਚ ਇਹੀ ਕਵਿਤਾ ਕਿਰਤੀ ਦੇ ਸਤੰਬਰ 1926 ਦੇ ਅੰਕ ਵਿੱਚ ਛਾਪੀ ਗਈ ਸੀ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਪਤਾ ਨਹੀਂ ਕਿਹੜੀ ਮਨਸ਼ਾ ਨਾਲ ਭਾਈ ਸੰਤੋਖ ਸਿੰਘ ਬਾਰੇ ਛਾਪੀ ਕਿਤਾਬ ਅੰਦਰ ਦੋਵੇਂ ਕਵਿਤਾਵਾਂ ਨੂੰ ਇੱਕ ਬਣਾ ਕੇ ਛਾਪ ਦਿੱਤਾ ਸੀ ਅਤੇ ਹੇਠਾਂ ਕਿਰਤੀ ਦੇ ਅਗਸਤ-ਸਤੰਬਰ 1926 ਦੇ ਹੀ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਸੀ, ਜਿਵੇਂ ਇਹ ਕਵਿਤਾ ਕਿਰਤੀ ਦੇ ਅਗਸਤ-ਸਤੰਬਰ 1926 ਦੇ ਜੁੜਵੇਂ ਅੰਕ ਵਿੱਚ ਛਪੀ ਹੋਵੇ, ਜਦ ਕਿ ਅਜਿਹੇ ਜੁੜਵੇਂ ਅੰਕ ਦਾ ਕੋਈ ਵਜੂਦ ਨਹੀਂ। ਇਹ ਪ੍ਰਤੱਖ ਰੂਪ ਵਿੱਚ ਬੌਧਿਕ ਦੁਰਾਚਾਰ ਦੀ ਕੋਝੀ ਮਿਸਾਲ ਹੈ। ਇਸ ਦੁਰਾਚਾਰ ਦੀ ਵੇਲੇ ਸਿਰ ਪਛਾਣ ਨਾ ਕਰ ਸਕਣ ਦਾ ਸਾਨੂੰ ਡੂੰਘਾ ਅਫਸੋਸ ਹੈ। ਕੇਵਲ ਇੰਨਾ ਹੀ ਨਹੀਂ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਹੇਠ ਇੱਕ ਅਜਿਹੀ ਕਵਿਤਾ ਪ੍ਰਚਲਿਤ ਕਰਨ ਦੇ ਅਨੈਤਿਕ ਯਤਨ ਕੀਤੇ ਗਏ, ਜਿਹੜੀ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦੇ ਪੂਰੀ ਤਰ੍ਹਾਂ ਅਨੁਕੂਲ ਹੈ। ਵੈਦ ਵਟੁਕ ਨਾਂ ਦੇ ਇੱਕ ਕੱਟੜ ਰਾਸ਼ਟਰਵਾਦੀ ਇਤਿਹਾਸਕਾਰ ਨੇ ਉਸ ਦੀ ਆਪਣੀ ਸੰਪਾਦਿਤ ਕੀਤੀ ਗਈ ਇਹ ਕਿਤਾਬ ਦੀ ਗਦਰ ਕਾਂਸਪਰੇਸੀ ਵਿੱਚ ਕਿਸੇ ਸ਼ੁੱਧ ਆਰੀਆ ਸਮਾਜੀ ਰਾਸ਼ਟਰਵਾਦੀ ਸ਼ਾਇਰ ਦੀ ਉਰਦੂ ਵਿੱਚ ਲਿਖੀ ਗਈ ਇੱਕ ਗਜ਼ਲ ਸਰਾਭੇ ਦੇ ਨਾਂ ਹੇਠ ਛਾਪ ਦਿੱਤੀ ਗਈ। ਡਾਕਟਰ ਚਮਨ ਲਾਲ ਨੇ ਇਸ ਬਾਰੇ ਹਲਕਾ ਜਿਹਾ ਇਤਰਾਜ਼ ਪ੍ਰਗਟਾਉਂਦਿਆਂ ਲਿਖਿਆ ਹੈ ਕਿ ਵੇਦ ਵਟੁਕ ਨੇ ਇਹ ਕਵਿਤਾ ਦੇ ਸਰਾਭੇ ਵੱਲੋਂ ਰਚਿਤ ਹੋਣ ਦਾ ਕੋਈ ਸਰੋਤ ਅਤੇ ਪ੍ਰਮਾਣ ਨਹੀਂ ਦਿੱਤਾ। ਵੇਦ ਵਟੁਕ ਵੱਲੋਂ ਉਸ ਕਵਿਤਾ ਦਾ ਸਰੋਤ ਨਾ ਦੱਸਣ ਦਾ ਬੜਾ ਠੋਸ ਕਾਰਨ ਹੈ।
ਇਹ ਗਜ਼ਲ ਭਾਈ ਪਰਮਾਨੰਦ ਨੇ ਆਪਣੀ ਸਵੈ ਜੀਵਨੀ ਵਿੱਚ ਦਿੱਤੀ ਹੈ, ਪਰ ਉੱਥੇ ਉਸਨੇ ਇਹ ਦਾਅਵਾ ਬਿਲਕੁਲ ਨਹੀਂ ਕੀਤਾ ਕਿ ਇਹ ਸਰਾਭੇ ਦੀ ਲਿਖੀ ਹੋਈ ਹੈ। ਉਸਨੇ ਇਸ ਨੂੰ ਗਦਰੀ ਸ਼ਹੀਦਾਂ ਦੀ ਕਵਿਤਾ ਹੀ ਕਿਹਾ ਹੈ। ਸਵਾਲ ਖੜਾ ਹੁੰਦਾ ਹੈ ਕਿ ਵੇਦ ਵਟੁਕ ਨੂੰ ਇਹ ਇਲਹਾਮ ਕਿਵੇਂ ਹੋ ਗਿਆ ਕਿ ਇਹ ਸਰਾਭੇ ਨੇ ਲਿਖੀ ਸੀ। ਪਰ ਰਾਸ਼ਟਰਵਾਦੀ ਵਿਚਾਰਧਾਰਾ ਦੇ ਪੈਰੋਕਾਰਾਂ, ਖਾਸ ਕਰਕੇ ਪੰਜਾਬੀ ਦੇ ਖੱਬੇ ਪੱਖੀ ਲੇਖਕਾਂ ਨੇ ਆਪਣੇ ਸਿੱਖ ਵਿਰੋਧੀ ਤਵੱਸਵਾਂ ਵਿੱਚੋਂ ਵੇਦ ਵਟੁਕ ਦੇ ਇਸ ਹਾਲੀਆ ਝੂਠ ਨੂੰ ਪਵਿੱਤਰ ਸੱਚ ਮੰਨ ਲੈਣ ਵਿੱਚ ਰਤੀ ਭਰ ਹਿਚਕਚਾਹਟ ਨਹੀਂ ਦਿਖਾਈ। ਉਹਨਾਂ ਨੇ ਇਸ ਝੂਠ ਨੂੰ ਪ੍ਰਚਾਰਨ ਦਾ ਬੀੜਾ ਚੁੱਕ ਲਿਆ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਉਹਨਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਗਰਾਮੀ ਸਾਥੀ ਅਤੇ ਪੂਰਨ ਸਦਾਚਾਰੀ ਮਨੁੱਖ ਭਾਈ ਸੰਤੋਖ ਸਿੰਘ ਵੱਲੋਂ ਲਿਖੀ ਗੱਲ ਉੱਤੇ ਤਾਂ ਯਕੀਨ ਨਹੀਂ ਆਇਆ। ਹਾਲਾਂਕਿ ਭਾਈ ਸੰਤੋਖ ਸਿੰਘ ਨੇ ਇਹ ਕਵਿਤਾ ਉਸ ਵੇਲੇ ਛਾਪੀ ਸੀ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੈਂਕੜੇ ਸਾਥੀ ਜਿਉਂਦੇ ਸਨ ਅਤੇ ਉਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਭਾਈ ਸਾਹਿਬ ਦੇ ਦਾਅਵੇ ਬਾਰੇ ਕੋਈ ਸ਼ੱਕ ਪ੍ਰਗਟ ਨਹੀਂ ਕੀਤਾ ਸੀ। ਪਰ ਭਾਰਤ ਦੇ ਸਥਾਪਿਤ ਨਿਜ਼ਾਮ ਦੇ ਪਿੱਠੂ ਵਿਦਵਾਨਾਂ ਵੱਲੋਂ ਸਮਕਾਲੀ ਰਾਜਸੀ ਸਵਾਰਥ ਵਿੱਚੋਂ ਬੋਲੇ ਨੰਗੇ ਚਿੱਟੇ ਝੂਠ ਉੱਤੇ ਝਟਪਟ ਵਿਸ਼ਵਾਸ ਕਰ ਲਿਆ। ਇਸ ਵਿੱਚੋਂ ਇਹਨਾਂ ਲੇਖਕਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਪ੍ਰਤੱਖ ਜ਼ਾਹਿਰ ਹੋ ਜਾਂਦੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕਿਸੇ ਵੀ ਸਾਥੀ ਨੇ ਉਸ ਦੇ ਕਵੀ ਹੋਣ ਅਤੇ ਉਸ ਵੱਲੋਂ ਕੋਈ ਕਵਿਤਾ ਲਿਖਣ ਦਾ ਕਿਤੇ ਜ਼ਿਕਰ ਨਹੀਂ ਕੀਤਾ। ਭਾਈ ਪਰਮਾਨੰਦ ਨੇ ਸਿਰਫ ਇੰਨਾ ਲਿਖਿਆ ਹੈ ਕਿ ਜੇਲ੍ਹ ਅੰਦਰ ਇੱਕ ਰਾਤ ਨੂੰ ਜਦ ਉਸ ਨੇ ਸਰਾਭੇ ਨੂੰ ਪੁੱਛਿਆ ਸੀ ਕਿ ਉਹ ਕੀ ਕਰ ਰਿਹਾ ਹੈ ਤਾਂ ਉਸਨੇ ਕਿਹਾ ਸੀ ਕਿ ਮੈਂ ਇੱਕ ਕਵਿਤਾ ਲਿਖ ਰਿਹਾ ਹਾਂ। ਉਸ ਦੇ ਕਵਿਤਾ ਲਿਖਣ ਦਾ ਇਸ ਤੋਂ ਵੱਧ ਹੋਰ ਕੋਈ ਵੇਰਵਾ ਨਹੀਂ ਮਿਲਦਾ। ਵੈਸੇ ਵੀ ਜੇਕਰ ਭਾਈ ਕਰਤਾਰ ਸਿੰਘ ਸਰਾਭਾ ਨੇ ਕੋਈ ਕਵਿਤਾ ਲਿਖੀ ਹੁੰਦੀ ਤਾਂ ਇਹ ਗੱਲ 80-90 ਸਾਲਾਂ ਤੱਕ ਗੁੱਝੀ ਨਹੀਂ ਰਹਿਣੀ ਸੀ। ਉਸ ਦੇ ਸਾਥੀ ਗਦਰੀਆਂ ਨੇ ਜਦੋਂ ਉਸ ਬਾਰੇ ਨਿੱਕੀ ਤੋਂ ਨਿੱਕੀ ਗੱਲ ਵੀ ਲਿਖ ਦਿੱਤੀ ਹੈ ਤਾਂ ਫਿਰ ਇੰਨਾ ਵੱਡਾ ਤੱਥ ਇੰਨੇ ਸਾਲਾਂ ਤੱਕ ਲੁਕਿਆ ਕਿਵੇਂ ਰਹਿ ਗਿਆ। ਸਰਾਭੇ ਨੇ ਜੇਕਰ ਕਵਿਤਾ ਲਿਖੀ ਵੀ ਹੁੰਦੀ ਤਾਂ ਉਹ ਨਿਸ਼ਚਿਤ ਤੌਰ 'ਤੇ ਪੰਜਾਬੀ ਵਿੱਚ ਲਿਖਦਾ, ਕਿਉਂਕਿ ਗਦਰ ਅਤੇ ਗਦਰ ਦੀ ਗੂੰਜ ਦੀਆਂ ਜਿੰਨੀਆਂ ਵੀ ਕਵਿਤਾਵਾਂ ਮਕਬੂਲ ਹੋਈਆਂ ਉਹ ਸਾਰੀਆਂ ਪੰਜਾਬੀ ਵਿੱਚ ਸਨ। ਉਰਦੂ ਵਿੱਚ ਲਿਖੀ ਇੱਕ ਵੀ ਕਵਿਤਾ ਮਕਬੂਲ ਜਾਂ ਪ੍ਰਚਲਿਤ ਨਹੀਂ ਹੋਈ। ਉਸ ਦੀ ਸ਼ਹਾਦਤ ਦੇ 13ਵੇਂ ਵਰ੍ਹੇ ਅੰਦਰ ਕਿਸੇ ਅਗਿਆਤ ਕਵੀ ਨੇ ਹੇਠ ਲਿਖੀ ਕਵਿਤਾ ਰਾਹੀਂ ਉਸ ਨੂੰ ਆਪਣੀ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਸੀ। ਉਸ ਵੇਲੇ ਉਸ ਦੇ ਅਨੇਕਾਂ ਸਾਥੀ ਜਿਉਂਦੇ ਸਨ ਅਤੇ ਜਿਸ ਪਰਚੇ ਵਿੱਚ ਇਹ ਕਵਿਤਾ ਛਪੀ ਸੀ ਉਸ ਨੂੰ ਸਾਰੇ ਗਦਰੀ ਘੁਲਾਟੀਏ ਪੂਰਨ ਸ਼ਰਧਾ ਨਾਲ ਪੜ੍ਹਦੇ ਸਨ। ਇਸ ਕਵਿਤਾ ਵਿੱਚ ਕਵੀ ਨੇ ਭਾਈ ਕਰਤਾਰ ਸਿੰਘ ਸਰਾਭਾ ਦੇ ਦਿਲੀ ਭਾਵ ਪ੍ਰਗਟ ਕੀਤੇ ਹਨ, ਜਿਨ੍ਹਾਂ ਬਾਰੇ ਉਸ ਵਕਤ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਸੀ, ਕਿਉਂਕਿ ਉਦੋਂ ਅਜੇ ਗੁਰੂਆਂ ਦੀ ਵਰਸਾਈ ਧਰਤੀ ਉੱਤੇ ਗੁਰੂ ਸਾਹਿਬਾਨ ਤੋਂ ਬੇਮੁਖ ਅਣਮਤੀਆਂ ਦੀ ਨਸਲ ਪੈਦਾ ਨਹੀਂ ਹੋਈ ਸੀ। ਭਾਣੇ ਵਿੱਚ ਕਰਤਾਰ ਕਰਤਾਰ ਚੱਲਿਆ। ਭਾਈ ਕਰਤਾਰ ਸਿੰਘ ਜੀ ਸ਼ਹੀਦ ਦਾ ਸੁਨੇਹਾ। ਮੇਰੇ ਪਿਆਰਿਓ, ਫਿਕਰ ਨਾ ਮੂਲ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਮੈਨੂੰ, ਪਿੱਛੋਂ ਰੱਖਣਾ ਤੁਸਾਂ ਨੇ ਕੰਮ ਜਾਰੀ, ਇਹੋ ਪਾਉਣਾ ਪਿਆ ਸਵਾਲ ਮੈਨੂੰ। ਕੈਸੀ ਘੜੀ ਸੁਲੱਖਣੀ ਜੰਮਿਆ ਮੈਂ, ਸੇਵਾ ਦੇਸ਼ ਦੀ ਦਾ ਆਇਆ ਖਿਆਲ ਮੈਨੂੰ, ਧੰਨ ਭਾਗ ਮੇਰੇ ਐਸੇ ਨੇਕ ਕੰਮੋਂ, ਕੋਈ ਮੂਲ ਨਾ ਸਕਿਆ ਟਾਲ ਮੈਨੂੰ। ਐ ਪਰ ਬਹੁਤ ਥੋੜ੍ਹੀ ਸੇਵਾ ਹੋਈ ਮੈਥੋਂ, ਲਿਆ ਪਕੜ ਫਰੰਗ ਦੇ ਜਾਲ ਮੈਨੂੰ, ਹੋਇਆ ਸਾਬਤੀ ਦੇ ਨਾਲ ਸਿਦਕ ਪੂਰਾ, ਐਸੀ ਬਾਤ ਦੀ ਖੁਸ਼ੀ ਕਮਾਲ ਮੈਨੂੰ। ਨਾਲ ਖੁਸ਼ੀ ਦੇ ਗੁਰਾਂ ਨੇ ਪੁੱਤ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਮੈਨੂੰ। ਕੂੜਾ ਜਿਸਮ ਫਾਨੀ ਹੋਸੀ ਅੰਤ ਫਾਨੀ, ਕੋਈ ਪਿਆਰ ਨਾ ਏਸ ਦੇ ਨਾਲ ਮੈਨੂੰ। ਮੈਂ ਹਾਂ ਆਤਮਾ ਸਦਾ ਅਕਾਲ ਮੂਰਤ, ਪਕੜ ਸਕਦਾ ਕਦੇ ਨਾ ਕਾਲ ਮੈਨੂੰ। ਫਾਂਸੀ ਤੀਰ ਤਲਵਾਰ ਬੰਦੂਕ ਬਰਛੀ, ਕੱਟ ਸਕਣ ਨਾ ਰਤੀ ਰਤਵਾਲ ਮੈਨੂੰ। ਨਾਲ ਖੁਸ਼ੀ ਦੇ ਹੁਕਮ ਬਜਾਇਆ ਹੈ, ਦਿੱਤਾ ਆਪ ਜੋ ਪੁਰਖ ਅਕਾਲ ਮੈਨੂੰ। ਭਾਣੇ ਵਿੱਚ ਕਰਤਾਰ ਕਰਤਾਰ ਚੱਲਿਆ, ਤੁਸੀਂ ਰੱਖਣਾ ਯਾਦ ਹੋ ਦਿਆਲ ਮੈਨੂੰ। ਗਦਰੀ ਸ਼ਹਾਦਤਾਂ ਦੇ ਕੁਝ ਕੁ ਅੰਦਾਜ਼। ਭਾਈ ਬੰਤਾ ਸਿੰਘ ਸੰਘਵਾਲ ਨੂੰ ਅਦਾਲਤ ਨੇ ਫਾਂਸੀ ਦਾ ਹੁਕਮ ਦਿੱਤਾ ਅਤੇ ਇਹਨਾਂ ਫਾਂਸੀ ਦਾ ਹੁਕਮ ਸੁਣ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਇਹ ਅਰਦਾਸਾ ਕੀਤਾ ਕਿ ਹੇ ਵਾਹਿਗੁਰੂ, ਮੇਰੇ ਧੰਨ ਭਾਗ ਹਨ ਕਿ ਮੇਰੀ ਇਹ ਨਿਮਾਣੀ ਜ਼ਿੰਦਗੀ ਵੀ ਦੇਸ਼ ਅਤੇ ਕੌਮ ਦੀ ਖਾਤਰ ਲੱਗ ਗਈ ਹੈ। ਪੰਡਿਤ ਕਾਂਸ਼ੀ ਰਾਮ ਦੇ ਪਿਤਾ ਗੰਗਾ ਰਾਮ ਆਪਣੇ ਦੋਨੋਂ ਪੁੱਤਰਾਂ ਸਮੇਤ ਫਿਰੋਜ਼ਪੁਰ ਜੇਲ੍ਹ ਵਿੱਚ ਕਾਂਸ਼ੀ ਰਾਮ ਨੂੰ ਮਿਲਣ ਗਏ ਸਨ ਤਾਂ ਮੁਲਾਕਾਤ ਕਰਕੇ ਵਾਪਸ ਆਉਣ ਲੱਗੇ ਆਪਣੇ ਦੋਵੇਂ ਭਰਾਵਾਂ ਨੂੰ ਕਾਂਸ਼ੀ ਰਾਮ ਨੇ ਕਿਹਾ ਸੀ ਕਿ ਅਗਲੀ ਵਾਰ ਜਦ ਉਹ ਆਉਣ ਤਾਂ ਆਪਣੇ ਨਾਲ 5 ਗ੍ਰੰਥੀ ਜ਼ਰੂਰ ਲੈਂਦੇ ਆਉਣ। ਕਾਂਸ਼ੀ ਰਾਮ ਜੀ
ਦੀ ਇਸ ਮੰਗ ਤੋਂ ਉਹਨਾਂ ਦੇ ਸੁਭਾਅ ਅਤੇ ਆਚਰਣ ਬਾਰੇ ਬਹੁਤ ਗੱਲਾਂ ਉਘੜ ਕੇ ਆਉਂਦੀਆਂ ਹਨ। ਇਹ ਸ਼ਾਇਦ ਬਾਲਪਨ ਤੋਂ ਹੀ ਮਾਤਾ ਜੀ ਮਹਿਤਾਬ ਕੌਰ ਦਾ ਪ੍ਰਭਾਵ ਸੀ। ਕਾਸ਼ੀ ਰਾਮ ਦੇ ਪਿਤਾ ਅਤੇ ਦੋਵੇਂ ਭਾਈ ਫੇਰ ਫਿਰੋਜ਼ਪੁਰ ਗਏ। ਕਾਸ਼ੀ ਰਾਮ ਨੇ 5 ਗ੍ਰੰਥੀ ਪੋਥੀ ਮੰਗਵਾਈ ਸੀ, ਪਰ ਬੰਸੀ ਰਾਮ ਜੀ ਇੱਕ ਹੋਰ ਹੀ ਕਿਤਾਬ ਲੈ ਗਏ ਜੋ ਕਾਸ਼ੀ ਰਾਮ ਜੀ ਨੇ ਵਾਪਸ ਕਰ ਦਿੱਤੀ। ਪੰਡਿਤ ਕਾਸ਼ੀ ਰਾਮ ਦੇ ਭਰਾ ਬੰਸੀ ਰਾਮ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਨੇ ਮੁਕੱਦਮੇ ਦੌਰਾਨ ਪਤਾ ਨਹੀਂ ਕਿੰਨੇ ਗੇੜੇ ਲਾਹੌਰ ਦੇ ਲਾਏ। ਜਦ ਕਦੀ ਉਹ ਆਪਣੇ ਪੁੱਤਰ ਨੂੰ ਜੇਲ੍ਹ ਵਿੱਚ ਮਿਲਦੇ ਤਾਂ ਹਰ ਵਾਰੀ ਬਾਈ ਜੀ ਨੂੰ ਕਿਹਾ ਕਰਦੇ ਕਿ ਐਵੇਂ ਪੈਸੇ ਬਰਬਾਦ ਨਾ ਕਰਨ, ਅਪੀਲ ਕੇਵਲ ਰੱਬ ਦੇ ਦਰਬਾਰ ਵਿੱਚ ਕਰਨ ਕਿ ਉਹਨਾਂ ਦਾ ਪੁੱਤਰ ਆਪਣੇ ਇਰਾਦਿਆਂ ਵਿੱਚ ਸਫਲ ਹੋ ਜਾਵੇ। 23ਵੇਂ ਰਸਾਲੇ ਦੇ ਇੱਕ ਸਿਪਾਹੀ ਨੇ ਅੰਡੇਮਾਨ ਵਿਖੇ ਸਚਿੰਦਰ ਨਾਥ ਸਨਿਆਲ ਨੂੰ ਦੱਸਿਆ ਕਿ ਫਾਂਸੀ ਦੀ ਸਜ਼ਾ ਹੋ ਜਾਣ ਤੋਂ ਬਾਅਦ ਜਦੋਂ ਅਫਸਰਾਂ ਨੇ ਭਾਈ ਅਬਦੁੱਲਾ ਨੂੰ ਧਰਮ ਦੇ ਨਾਂ 'ਤੇ ਭਾਈ ਲਛਮਣ ਸਿੰਘ ਦਾ ਸਾਥ ਛੱਡ ਦੇਣ ਲਈ ਪ੍ਰੇਰਨ ਦੇ ਇਰਾਦੇ ਨਾਲ ਕਿਹਾ ਕਿ ਤੂੰ ਇੱਕ ਕਾਫਿਰ ਨਾਲ ਫਾਂਸੀ 'ਤੇ ਚੜ੍ਹਨਾ ਕਿਵੇਂ ਪਸੰਦ ਕਰ ਸਕਦਾ ਏਂ, ਤਾਂ ਭਾਈ ਅਬਦੁੱਲਾ ਨੇ ਇਸ ਦਾ ਬੜੀਆ ਵਧੀਆ ਜਵਾਬ ਦਿੱਤਾ। ਉਸਨੇ ਕਿਹਾ, ਜੇ ਮੈਂ ਲਛਮਣ ਸਿੰਘ ਨਾਲ ਫਾਂਸੀ 'ਤੇ ਟੰਗਿਆ ਜਾਵਾਂ ਤਾਂ ਮੈਨੂੰ ਵਹਿਸ਼ਤ ਮਿਲੇਗੀ। ਕਹਿੰਦੇ ਹਨ ਕਿ ਫਾਂਸੀ ਤੋਂ ਪਹਿਲਾਂ ਅੰਬਾਲਾ ਜੇਲ੍ਹ ਅੰਦਰ ਭਾਈ ਅਬਦੁੱਲਾ ਦਾ ਇੱਕ ਰਿਸ਼ਤੇਦਾਰ, ਜਿਹੜਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਸੀ, ਉਸ ਨਾਲ ਨਿੱਜੀ ਗੱਲਬਾਤ ਕਰਨ ਆਇਆ। ਜਦ ਗੱਲ ਕਰਕੇ ਚਲਾ ਗਿਆ ਤਾਂ ਭਾਈ ਲਛਮਣ ਸਿੰਘ ਨੇ ਬੜੀ ਅਪਣੱਤ ਨਾਲ ਭਾਈ ਅਬਦੁੱਲਾ ਨੂੰ ਸੁਝਾਅ ਦਿੱਤਾ ਕਿ ਮੌਲਵੀ ਜੀ, ਅਖੀਰ ਵਿੱਚ ਅਸੀਂ ਆਪਸ ਵਿੱਚ ਵਿਛੜ ਤਾਂ ਜਾਣਾ ਹੀ ਹੈ, ਤੂੰ ਬਿਆਨ ਦੇ ਕੇ ਆਪਣੀ ਜਾਨ ਬਚਾ ਸਕਦਾ ਹੈ। ਭਾਈ ਅਬਦੁੱਲਾ ਦਾ ਜਵਾਬ ਸੀ, ਅਸਲ ਵਿੱਚ ਮੈਂ ਤਾਂ ਸ਼ਰਮਿੰਦਗੀ ਮਹਿਸੂਸ ਕਰਦਾ ਹਾਂ, ਕਿਉਂਕਿ ਕੁਝ ਕੁ ਲੱਖ ਸਿੱਖਾਂ ਵਿੱਚੋਂ ਤੁਸੀਂ 11 ਜਣਿਆਂ ਨੇ ਦੇਸ਼ ਲਈ ਆਪਣੀਆਂ ਜਾਨਾਂ ਦੀ ਬਾਜੀ ਲਾ ਦਿੱਤੀ ਹੈ, ਜਦੋਂ ਕਿ 8 ਕਰੋੜ ਮੁਸਲਮਾਨਾਂ 'ਚੋਂ ਮੈਂ ਇਕੱਲਾ ਹੀ ਹਾਂ। ਅੱਲਾ ਦੀ ਰਹਿਮਤ ਨਾਲ ਮੈਂ ਤੁਹਾਡਾ ਸਾਥ ਛੱਡ ਕੇ ਪਤਹੀਨ ਨਹੀਂ ਬਣਨਾ ਚਾਹੁੰਦਾ। ਫਾਂਸੀ ਦੇਣ ਵੇਲੇ ਭਾਈ ਅਬਦੁੱਲਾ ਨੇ ਜੇਲ੍ਹ ਦੀ ਮਿੰਨਤ ਕਰਦਿਆਂ ਕਿਹਾ ਸੀ ਕਿ ਮੌਤ ਤੋਂ ਬਾਅਦ ਵੀ ਸਾਨੂੰ ਇੱਕ ਦੂਜੇ ਨਾਲੋਂ ਵੱਖ ਨਾ ਕੀਤਾ ਜਾਵੇ, ਜਾਂ ਤਾਂ ਸਾਡਾ ਸਾਰਿਆਂ ਦਾ ਇਕੱਠਾ ਸੰਸਕਾਰ ਕੀਤਾ ਜਾਵੇ ਜਾਂ ਫਿਰ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੀ ਸਪੁਰਦੇ ਖਾਕ ਕਰ ਦਿੱਤਾ ਜਾਵੇ। ਪਰ ਜੇਲ੍ਹ ਨੇ ਉਸਦੀ ਇਸ ਬੇਨਤੀ ਨੂੰ ਨਾ ਪ੍ਰਵਾਨ ਕਰਦੇ ਹੋਏ 11 ਸਿੱਖ ਸ਼ਹੀਦਾਂ ਦਾ ਜੇਲ੍ਹ ਅੰਦਰ ਸੰਸਕਾਰ ਕਰ ਦਿੱਤਾ ਅਤੇ ਭਾਈ ਅਬਦੁੱਲਾ ਨੂੰ ਮੁਸਲਿਮ ਰੀਤਾਂ ਅਨੁਸਾਰ ਦਫਨ ਕਰ ਦਿੱਤਾ। ਜਗਰਾਓਂ ਦੇ ਜੰਮਪਲ ਮੌਲਵੀ ਹਾਫਿਜ਼ ਅਬਦੁੱਲਾ, ਜਿਹੜੇ ਫਿਲੀਪੀਨ ਦੀ ਗਦਰ ਪਾਰਟੀ ਦੇ ਪ੍ਰਧਾਨ ਸਨ, ਇੱਕ ਗੰਭੀਰ ਅਤੇ ਸਿਆਣੇ ਦੇਸ਼ ਭਗਤ ਸਨ। ਜਦ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਹ ਸੈਂਟਰਲ ਜੇਲ੍ਹ ਲਾਹੌਰ ਦੇ 14 ਨੰਬਰ ਹਾਤੇ ਦੀਆਂ ਫਾਂਸੀ ਕੋਠੜੀਆਂ ਵਿੱਚ ਬੰਦ ਸਨ। ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਕਰਤਾਰ ਸਿੰਘ ਨਵਾਂਚੰਦ ਆਦਿ ਸਭ ਸਿੰਘ ਗੁਰਬਾਣੀ ਦਾ ਪਾਠ ਕਰਿਆ ਕਰਦੇ ਸਨ। ਆਪ ਵੀ ਸੁਣਨ ਲੱਗ ਪਏ। ਇੱਕ ਦਿਨ ਕਹਿਣ ਲੱਗੇ ਕਿ ਹੁਣ ਜ਼ਿੰਦਗੀ ਦਾ ਲੁਤਫ ਆਉਣ ਲੱਗਾ ਸੀ ਤੇ ਪਤਾ ਲੱਗਾ ਸੀ ਕਿ ਜ਼ਿੰਦਗੀ ਕੀ ਹੈ। ਪਰ ਹੁਣ ਜ਼ਿੰਦਗੀ ਹੀ ਨਹੀਂ ਰਹੀ, ਕਿਉਂਕਿ ਉਹ ਥੋੜ੍ਹੇ ਚਿਰ ਬਾਅਦ ਹੀ ਬਾਕੀ ਦੇ ਸਾਥੀਆਂ ਨਾਲ ਫਾਂਸੀ ਲੱਗ ਗਏ। ਉਹਨਾਂ ਉੱਪਰ ਗੁਰਬਾਣੀ ਦਾ ਐਸਾ ਪ੍ਰਭਾਵ ਪਿਆ ਕਿ ਗੁਰਬਾਣੀ ਦਾ ਰਸ ਆਉਣ ਲੱਗ ਗਿਆ ਸੀ। ਉਹਨਾਂ ਦੀ ਇਹ ਗੱਲ ਸਾਨੂੰ ਭਾਈ ਕਰਤਾਰ ਸਿੰਘ ਜੀ ਨਵਾਂਚੰਦ ਨਿਵਾਸੀ ਨੇ ਦੱਸੀ ਸੀ, ਜੋ ਉਸ ਵੇਲੇ ਉਸ ਦੇ ਨਾਲ ਸਨ, ਕਿਉਂਕਿ ਭਾਈ ਕਰਤਾਰ ਸਿੰਘ ਜੀ ਨੂੰ ਵੀ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਅਤੇ ਪਿੱਛੋਂ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਸੀ। ਗਿਆਨੀ ਹਰਭਜਨ ਸਿੰਘ ਚਮਿੰਡਾ ਨੇ ਸ਼ਹੀਦ ਗਾਦਾ ਸਿੰਘ ਦੀ ਸੂਰਬੀਰਤਾ ਇਹਨਾਂ ਲਫ਼ਜ਼ਾਂ ਵਿੱਚ ਦਰਸਾਈ ਹੈ। ਇਹ ਵੀਰ ਬੜਾ ਦਲੇਰ ਸੀ ਜੋ 8 ਮਾਰਚ 1916 ਨੂੰ ਮਿੰਟਗੁਮਰੀ ਜੇਲ੍ਹ ਵਿੱਚ ਫਾਂਸੀ ਚਾੜ੍ਹੇ ਗਏ। ਫਾਂਸੀ ਸੁਣਨ ਸਾਰ ਇਹਨਾਂ ਜੱਜਾਂ ਨੂੰ ਕਿਹਾ ਕਿ ਤੁਸੀਂ ਇਹ ਮੈਨੂੰ ਕੋਈ ਨਵੀਂ ਗੱਲ ਨਹੀਂ ਸੁਣਾਈ, ਇਹ ਤਾਂ ਮੈਂ ਅਮਰੀਕਾ ਤੋਂ ਤੁਰਨ ਸਮੇਂ ਦੀ ਕਬੂਲੀ ਹੋਈ ਹੈ। ਇਹਦੀ ਬਹਾਦਰੀ ਬਾਰੇ ਪੋਹੂ ਰਾਮ ਹੈੱਡ ਜਮਾਦਾਰ ਦਾ ਕਥਨ ਹੈ ਕਿ ਮੈਂ ਆਪਣੇ ਸਾਹਮਣੇ 100 ਤੋਂ ਉੱਪਰ ਸੱਜਣ ਫਾਂਸੀ ਚੜ੍ਹਦੇ ਦੇਖੇ ਹਨ, ਪਰ ਜਿਸ ਤਰ੍ਹਾਂ ਸੱਪ ਵਾਂਗੂ ਮੇਲਦਾ ਗਾਦਾ ਸਿੰਘ ਫਾਂਸੀ ਘਰ ਵੱਲ ਜਾਂਦਾ ਹੋਇਆ ਵੇਖਿਆ, ਹੋਰ ਕੋਈ ਨਹੀਂ ਡਿੱਠਾ। ਸਾਡੇ ਨਾਲ ਹਵਾਲਾਤ ਵਿੱਚ ਬਚਨ ਕਰਦਿਆਂ ਗਾਦਾ ਸਿੰਘ ਨੇ ਕਿਹਾ ਸੀ ਕਿ ਮੈਂ ਅਮਰੀਕਾ ਤੋਂ ਦੇਸ਼ ਵੱਲ ਤੁਰਨ ਸਮੇਂ ਰਾਤ ਦੇ 12-12 ਵਜੇ ਤੱਕ ਬੈਠ ਕੇ ਮਨ ਨਾਲ ਫੈਸਲਾ ਕੀਤਾ ਸੀ ਕਿ ਉੱਥੇ ਜਾ ਕੇ ਫਾਂਸੀ ਲੱਗਣਾ ਹੈ, ਸੋ ਇਹ ਮੰਨ ਕੇ ਹੀ ਤੁਰਿਆ ਸੀ। ਸੋ ਇਸ ਦੇ ਨਾਲ ਹੀ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦੀ ਸਮਾਪਤੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।